सो आओ हम सरवण करिए सरकार जो भाई साहब भाई सुरजीत सिंह जी निहंग सिंह साहिब जो बुढ़ा दल के शेख सुल्तान अमृतसर साहब बुरज बाबा खाली फूला सिंह साहब जी जो साढ़े जथेदार हुए हैं अकाल तख्त साहब के जिन्होंने जंग के मैदान में नौशहरे की जंग में शहीदी प्राप्त की थी। महाराजा रणजीत सिंह राज के समय सिख राज के थम बाबा जी के इतिहासिक स्थान से मुख सेवादार ने और पिछले कई हफ्तों तो सानू साडा इतिहास सरवण करवा रहे हैं। संगत बहुत सारे प्रेमियों ने जानकारी दी है कि इस ढंग के नाल सिख इतिहास पहली दफा सरवण किया है जो महान ग्रंथ पंथ प्रकाश सत्कारयोग सरदार रतन सिंह जी पंगू उन्होंने लिखना किया है। सो कन्हैया जी का प्रवास कर रहे हैं। आओ हम अज खालसा महिमा उन्होंने पासों सरवण करिए। गुरबाणी की पाठ साढ़े सत्कारयोग ज्ञानी भजन सिंह जी सरवण करवा रहे हैं। इन्हों का भी प्रभाव सब गुरु सच्चे पातशाह मेहर कर सारी संगत का गुरु के प्यार वाले सेवादारों का जो गुरु के दरबार में सेवा करते हैं लंगर सेवा करते हैं ग्रंथी सिंह साहबान सिक्योरिटी वाले सिंह सारे का हार्दिक धन्यवाद है। भुलों चुकों की मुआफी। वाहिगुरू जी का खालसा वाहिगुरू जी की फतेह। वाहिगुरू साहिब जी तू मन दर खड़ा दास कर है पुकारा तुरकन को मेट की जह जगत में उजियारा तब हे गीत मंगल फतेह के सुनाऊं तुमन को सिमर दुख सगले मिटाऊं तब हे गीत मंगल फतेह के सुनाऊं तुमन को सिमर दुख सगले मिटाऊं कृपा की जय दास पर कुंट नवाऊं चार नाम तिहारो जो जपै भये सिंध भव पार कृपा की जय दास पर कुंट नवाऊं चार नाम तिहारो जो जपै भये सिंध भव पार। सतनाम श्री वाहिगुरु साहिब जी। खालसा मेरी जत अरपत खालसा सो मा कोई उत्पत खालसा मेरी जत अरपत खालसा सो मा कोई उत्पत। वाहिगुरू जी का खालसा वाहिगुरू जी की फतेह। चवर शवर तख्त दे मालक धन गुरु ग्रंथ साहिब जी पावन हजूरी अंदर जुड़ बैठे गुरु स्वरूप गुरु खालसा जी खालसा साधना दिवस ਨੂੰ ਸਮਰਪਿਤ ਬੀਤੇ ਦਿਨਾਂ ਤੋਂ ਇਸ ਸਥਾਨ ਤੇ ਸਮਾਗਮ ਚੱਲ ਰਹੇ ਨੇ। ਖਾਲਸਾ ਮਹਿਮਾ ਦੀ ਬਾਣੀ ਦੀ ਲੜੀਵਾਰ ਵਿਚਾਰ ਇਸ ਸਥਾਨ ਤੋਂ ਆਰੰਭ ਹੋਈ ਸੀ ਜੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖਾਲਸੇ ਦੀ ਉਸਤਤ ਵਿੱਚ ਲਿਖਿਆ। ਖਾਲਸਾ ਜੀ ਵੇਖੋ ਇਹ ਸਤਿਗੁਰੂ ਦੀ ਵਡਿਆਈ ਹੈ ਕਿ ਕਲਗੀਆਂ ਵਾਲੇ ਨੇ ਕੇਵਲ ਅਕਾਲ ਦੀ ਉਸਤਤੀ ਨਹੀਂ ਕੀਤੀ। ਜਿਹੜਾ ਅਕਾਲ ਦਾ ਪੁਜਾਰੀ ਹੋ ਜਾਂਦਾ ਹੈ ਕਲਗੀਆਂ ਵਾਲੇ ਨੇ ਅਕਾਲ ਦੇ ਪੁਜਾਰੀ ਖਾਲਸੇ ਦੀ ਵੀ ਉਸਤਤ ਕੀਤੀ ਹੈ। ਤੇ ਸਤਿਗੁਰੂ ਨੇ ਇਹ ਦੱਸਿਆ ਵੀ ਜਿਹੜਾ ਅਕਾਲ ਦਾ ਪੁਜਾਰੀ ਹੋ ਜਾਂਦਾ ਹੈ ਉਹਦੀ ਉਸਤਤ ਦੇ ਵਿੱਚ ਜਿੰਨੇ ਵੀ ਸ਼ਬਦ ਵਰਤ ਲਓ ਉਨੇ ਹੀ ਘੱਟ ਨੇ ਕਿਉਂਕਿ ਰੱਬ ਦੇ ਪਿਆਰੇ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਖਾਲਸਾ ਜੀ ਆਓ ਵਿਚਾਰ ਆਰੰਭ ਕਰੀਏ। ਸਭ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਉਚਾਰਨ ਕਰੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਖਾਲਸਾ ਮੇਰੀ ਜਤ ਅਰਪਤ। ਚੌਜੀ ਪਿਆਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਖਾਲਸਾ ਜੋ ਹੈ ਨਾ, ਜਿਹੜਾ ਖਾਲਸਾ ਬਣ ਜਾਂਦਾ, ਕਹਿੰਦੇ ਖਾਲਸਾ ਮੇਰੀ ਜਤ ਵੀ ਹੈ ਤੇ ਖਾਲਸਾ ਮੇਰੀ ਪੱਤ ਵੀ ਹੈ। ਜਤ ਤੋਂ ਭਾਵ ਜਾਤ। ਦੁਨੀਆ ਦੇ ਤਖਤੇ ਤੇ ਲੋਕ ਆਪੋ ਆਪਣੀ ਜਾਤ ਦੇ ਉੱਤੇ ਮਾਣ ਵੀ ਕਰਦੇ ਹਨ, ਗਰਵ ਵੀ ਕਰਦੇ ਹਨ। ਕਲਗੀਆਂ ਵਾਲੇ ਕਹਿੰਦੇ ਜੇ ਮੈਨੂੰ ਕਿਸੇ ਤੇ ਮਾਣ ਹੈ ਤੇ ਮੈਨੂੰ ਮੇਰੇ ਖਾਲਸੇ ਤੇ ਮਾਣ ਹੈ, ਕਿਉਂਕਿ ਖਾਲਸਾ ਹੀ ਮੇਰੀ ਜਤ ਹੈ। ਤੇ ਪਤ ਸ਼ਬਦ ਹਰ ਜੂ ਰਾਖ ਲਿਓ ਪਤ ਮੇਰੀ, ਜਮ ਕੋ ਤਰਾਸ ਭਇਓ ਔਰ ਅੰਤਰ ਸ਼ਰਨ ਗਹੀ ਕਿਰਪਾ ਨਿਤ ਤੇਰੀ। ਕਲਗੀਧਰ ਪਾਤਸ਼ਾਹ ਕਹਿੰਦੇ ਮੇਰੀ ਪੱਤ ਵੀ ਮੇਰੇ ਸਿੱਖਾਂ ਦੇ, ਮੇਰੇ ਖਾਲਸੇ ਦੇ ਹੱਥ ਵਿੱਚ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਬਖਸ਼ਿਸ਼ਾਂ ਰਹਿਮਤਾਂ ਦੇ ਵਚਨ ਕਰਦੇ ਨੇ। ਖਾਲਸੇ ਸੋ ਮਾਕੋ ਉਤਪਤ। ਸਾਰੇ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਦੀ ਉਤਪਤੀ ਕੀਤੀ। ਮਹਾਰਾਜ ਨੇ ਖਾਲਸਾ ਸਾਜਿਆ। ਪਰ ਚੋਜੀ ਪਿਆਰੇ ਸਤਿਗੁਰੂ ਕਹਿੰਦੇ ਸਿੱਖੋ ਖਾਲਸੇ ਸੋ ਮਾਕੋ ਉਤਪਤ। ਖਾਲਸੇ ਕਰਕੇ ਮੇਰੀ ਉਤਪਤੀ ਹੈ। ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਹ ਸੇ ਗਰੀਬ ਕਰੋੜ ਪਰੇ। ਆਪਾਂ ਤੇ ਇਹ ਸ਼ਬਦ ਗੁਰੂ ਦੀ ਵਡਿਆਈ ਵਿੱਚ ਪੜ੍ਹਦੇ ਆਂ। ਖਾਲਸਾ ਜੀ ਕਲਗੀਆਂ ਵਾਲੇ ਨੇ ਇਹ ਸ਼ਬਦ ਵੀ ਆਪਣੇ ਸਿੱਖਾਂ ਦੀ ਵਡਿਆਈ ਵਿੱਚ ਲਿਖਿਆ ਵੀ ਮੇਰੇ ਵਰਗੇ ਕਰੋੜਾਂ ਗਰੀਬ ਆਏ, ਕੋਈ ਪੁੱਛਦਾ ਨਹੀਂ ਸੀ, ਮੈਨੂੰ ਖਾਲਸੇ ਨੇ ਨਵਾਜ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸੇ ਨੂੰ ਸਾਜਣ ਵਾਲੇ ਕਹਿੰਦੇ ਮੇਰੀ ਤੇ ਉਤਪਤੀ ਮੈਨੂੰ ਸਾਜੇ ਮੇਰੇ ਖਾਲਸਾ। ਇਹ ਰਹਿਮਤ, ਇਹ ਬਖਸ਼ਿਸ਼ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ, ਕਿਉਂਕਿ ਜਦੋਂ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਸੰਚਾਰ ਕੀਤਾ, ਪੰਜਾਂ ਭੁਜੰਗੀਆਂ ਨੂੰ ਅੰਮ੍ਰਿਤ ਦੀ ਪਹੁਲ ਦਿੱਤੀ। ਖਾਲਸਾ ਜੀ ਸੋ ਗੁਰ ਪੂਰਨ ਅੰਮ੍ਰਿਤ ਮੰਗਤ, ਖਾਲਸੇ ਅਗਰ ਖਰਿਓ ਕਰ ਜੋਰੀ। ਪਹਿਲਾਂ ਪੰਜਾਂ ਨੂੰ ਖੰਡੇ ਦੀ ਪਹੁਲ ਦੇ ਕਰਕੇ ਬਾਅਦ ਵਿੱਚ ਖੁਦ ਗੋਡਿਆਂ ਭਾਰ ਬਹਿ ਕੇ ਉਹਨਾਂ ਤੋਂ ਖੰਡੇ ਦੀ ਪਹੁਲ ਲੈ ਕੇ ਗੋਬਿੰਦ ਰਾਏ ਤੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਬਣ ਗਿਆ। ਇਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਮੇਰੀ ਉਤਪਤੀ ਖਾਲਸੇ ਕਰਕੇ ਹੈ, ਮੈਨੂੰ ਖਾਲਸੇ ਨੇ ਬਣਾਇਆ, ਖਾਲਸੇ ਨੇ ਜਨਮਿਆ। ਕਿੱਡਾ ਵੱਡਾ ਮਾਣ ਸਤਿਗੁਰੂ ਨੇ ਦਿੱਤਾ। ਪਰ ਵੇਖੋ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਖਾਲਸਾ ਪ੍ਰਗਟ ਕੀਤਾ ਹੈ ਨਾ, ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਵਕਤ ਖੰਡੇ ਦੀ ਵਰਤੋਂ ਕੀਤੀ ਸੀ। ਪੀਵੋ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ। ਮਹਾਰਾਜ ਨੇ ਖੰਡੇ ਦੀ ਪਹੁਲ ਦਿੱਤੀ ਹੈ। ਖੰਡਾ ਕਿਉਂ ਵਰਤਿਆ, ਇਹਦੇ ਪਿੱਛੇ ਵੀ ਇੱਕ ਬੜਾ ਵੱਡਾ ਕਾਰਨ ਸੀ। ਜਿਹੜਾ ਖੰਡਾ ਹੈ ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਮਹਾਸ਼ਕਤੀ ਦਾ ਪ੍ਰਤੀਕ ਹੈ। ਖੰਡਾ ਪ੍ਰਿਥਮੈ ਸਾਜ ਕਹਿ ਜਿਨ ਸਭ ਸਹਿਸਾਰ ਉਪਾਇਆ। ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ। ਖੰਡਾ ਕਿਉਂ ਵਰਤਿਆ? ਖੰਡੇ ਦਾ ਕੋਸ਼ ਦੇ ਵਿੱਚ ਅਰਥ ਹੈ ਖੰਡਨ ਕਰਨਾ। ਕਹਿੰਦੇ ਜਿਸ ਤਰ੍ਹਾਂ ਇਹ ਖੰਡਾ ਵੈਰੀਆਂ ਦਾ ਖੰਡਨ ਕਰਦਾ ਹੈ, ਪਰਮਾਤਮਾ ਦਾ ਨਾਮ ਰੂਪੀ ਖੰਡਾ ਤੇਰੇ ਦੁੱਖਾਂ ਦਾ ਖੰਡਨ ਕਰਦਾ ਹੈ। ਤੇ ਦੂਸਰਾ, ਖੰਡੇ ਦੇ ਜੇ ਦਰਸ਼ਨ ਕਰੋਗੇ ਨਾ, ਖੰਡੇ ਦੀਆਂ ਦੋ ਧਾਰਾਂ ਹੁੰਦੀਆਂ ਨੇ। ਸਤਿਗੁਰੂ ਨੇ ਖੰਡੇ ਦੀ ਵਰਤੋਂ ਇਸ ਕਰਕੇ ਕੀਤੀ, ਖੰਡੇ ਦੀਆਂ ਦੋ ਧਾਰਾਂ ਮਹਾਸ਼ਕਤੀ ਪਰਮਾਤਮਾ ਦੀਆਂ ਦੋ ਧਾਰਾਂ ਦਾ ਪ੍ਰਤੀਕ ਹੈ। ਜਿਵੇਂ ਖੰਡੇ ਦੀ ਦੋ ਧਾਰ ਨੇ, ਪਰਮਾਤਮਾ ਦੀਆਂ ਵੀ ਦੋ ਧਾਰਾਂ ਨੇ। ਮਹਾਸ਼ਕਤੀ ਪਰਮਾਤਮਾ ਦੀ ਦੋ ਧਾਰਾਂ ਹੈ। ਇੱਕ ਧਾਰ ਹੈ ਸੰਜੋਗ ਦੀ, ਦੂਸਰੀ ਧਾਰਾ ਹੈ ਵਿਜੋਗ ਦੀ। ਇੱਕ ਧਾਰ ਹੈ ਹਰਖ ਦੀ, ਦੂਸਰੀ ਧਾਰ ਹੈ ਸੋਗ ਦੀ। ਇੱਕ ਧਾਰ ਹੈ ਜਨਮ ਦੀ, ਦੂਸਰੀ ਧਾਰ ਹੈ ਮਰਨ ਦੀ। ਇੱਕ ਧਾਰ ਹੈ ਪ੍ਰਕਾਸ਼ ਦੀ ਤੇ ਦੂਸਰੀ ਧਾਰ ਹੈ ਅੰਧਕਾਰ ਦੀ। ਇਸ ਤਰ੍ਹਾਂ ਮਹਾਸ਼ਕਤੀ ਪਰਮਾਤਮਾ ਦੀਆਂ ਦੋ ਧਾਰਾਂ ਨੇ। ਤੇ ਕਲਗੀਆਂ ਵਾਲੇ ਨੇ ਖੰਡੇ ਦੀ ਵਰਤੋਂ ਕਰਕੇ ਖਾਲਸੇ ਨੂੰ ਸਿੱਧਾ ਮਹਾਸ਼ਕਤੀ ਪਰਮਾਤਮਾ ਨਾਲ ਜੋੜਿਆ, ਦੁਨੀਆ ਤੇ ਕਿਸੇ ਬੰਦੇ ਨਾਲ ਨਹੀਂ ਜੋੜਿਆ। ਇਹੀ ਕਿਹਾ ਵਾਹਿਗੁਰੂ ਜੀ ਕਾ ਸੁਤ ਭਇਓ ਖਾਲਸਾ ਸੋ ਨੀਕਾ ਅਤ। ਵਾਹਿਗੁਰੂ ਜੀ ਕੀ ਮਿਲ ਫਤਿਹ ਸੋ ਬੁਲਾਈ। ਆ ਜਿਹੜਾ ਖਾਲਸਾ ਹੈ ਇਹ ਵਾਹਿਗੁਰੂ ਪਰਮਾਤਮਾ ਦਾ ਪੁੱਤਰ ਹੈ, ਤੇ ਜਦੋਂ ਇੱਕ ਦੂਸਰੇ ਨੂੰ ਮਿਲਦਾ ਫਤਿਹ ਦਾ ਨਾਰਾ ਬੁਲੰਦ ਕਰਦਾ ਹੈ। ਜਿਸ ਤਰ੍ਹਾਂ ਖੰਡੇ ਦੀਆਂ ਦੋ ਧਾਰਾਂ ਪਰਮਾਤਮਾ ਦੀਆਂ ਦੋ ਧਾਰਾਂ ਨੇ, ਉਸੇ ਤਰ੍ਹਾਂ ਸਾਡੀ ਜ਼ਿੰਦਗੀ ਦੀਆਂ ਵੀ ਦੋ ਧਾਰਾਂ ਨੇ। ਸਾਡੀ ਜ਼ਿੰਦਗੀ ਦੀ ਇੱਕ ਧਾਰ ਹੈ ਆਤਮਾ,
ਤੇ ਦੂਸਰੀ ਧਾਰ ਹੈ ਸਰੀਰ। ਇੱਕ ਧਾਰ ਹੈ ਆਤਮਿਕ ਬਲ ਤੇ ਦੂਸਰੀ ਧਾਰ ਹੈ ਸਰੀਰਕ ਬਲ। ਜੇ ਤੂੰ ਖਾਲਸਾ ਬਣਨਾ ਹੈ, ਤੇਰੇ ਕੋਲ ਆਤਮਿਕ ਬਲ ਵੀ ਹੋਣਾ ਚਾਹੀਦਾ ਹੈ ਤੇ ਤੇਰੇ ਕੋਲ ਸਰੀਰਕ ਬਲ ਵੀ ਹੋਣਾ ਚਾਹੀਦਾ ਹੈ। ਆਤਮਿਕ ਬਲ ਮਿਲੇਗਾ जाको हर रंग लागो इस युग में सो कहियत है सूरा। आत्म जीणै आत्मा नु जित आत्म जीणै सकल अवस्था कै जाका सतगुर पूरा। ते तेरे कोल शरीरक बल भी होवे, जब आव की औद निधान बनै अत हीरण में तब जूझ भरो। गगन दमामा बाजियो परियो निशाने काओ, खेत जो मांडियो सूरमा अब जूझन बोलाओ। इस करके खंडा वरतिया भी साडे शरीर दियां साडे जीवन दियां दो धारां, महाशक्ति दियां दो धारां, इसे तरह खंडे दियां दो धारां दे विचों जिहड़ा खालसा प्रगट होया ये भी सीधा महाशक्ति नाल जुड़िया। उसे खंडे दी पोहल नूं कलगियां वाले ने सिखां तो पंजां प्यारियां तो लिया। इस करके सतगुरु कहंदे मेरी उत्पत्ति भी खालसे तो हुई है। खालसा मेरो भवन भंडार। खालसा जी ਆਪਾਂ ਤੇ ਸੰਸਾਰ ਦੀਆਂ ਨਿੱਕੀਆਂ ਜੀਆਂ ਦਾਤਾਂ ਮੰਗਦੇ ਆ ਨਾ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਖਾਲਸਾ ਮੇਰੋ ਭਵਨ ਭੰਡਾਰ। ਜੋ ਕੁਝ ਵੀ ਗੁਰੂ ਗੋਬਿੰਦ ਸਿੰਘ ਦੇ ਖਜ਼ਾਨੇ ਦੇ ਵਿੱਚ ਮੌਜੂਦ ਹੈ, ਮੈਂ ਆਪਣੇ ਖਜ਼ਾਨੇ ਦੇ ਸਾਰੇ ਮੂੰਹ ਖਾਲਸੇ ਵਾਸਤੇ ਖੋਲ ਦਿੱਤੇ ਨੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਖਾਲਸਾ ਜੀ ਖਾਲਸੇ ਬਣ ਕੇ ਵੇਖੀਏ, ਰਹਿਤ ਤੇ ਚੱਲ ਕੇ ਵੇਖੀਏ। ਕਲਗੀਧਰ ਪਾਤਸ਼ਾਹ ਕਹਿੰਦੇ ਆ ਗੁਰੂ ਘਰ ਦੇ ਵਿੱਚ ਖਜ਼ਾਨੇ ਦੇ ਮੂੰਹ ਖੁੱਲੇ ਨੇ। ਸਿੱਖਾ ਤੂੰ ਖਾਲਸਾ ਬਣ ਜਾ, ਸਾਰਾ ਖਜ਼ਾਨਾ ਹੀ ਤੇਰੀ ਝੋਲੀ ਵਿੱਚ ਪਾ ਦੇ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਖਾਲਸਾ ਮੇਰੋ ਭਵਨ ਭੰਡਾਰ। ਮੇਰੇ ਮਹਿਲਾਂ ਵਿੱਚ ਜੋ ਖਜ਼ਾਨਾ ਹੈ, ਇਹ ਖਜ਼ਾਨੇ ਦਾ ਮਾਲਕ ਮੇਰਾ ਖਾਲਸਾ ਹੈ। ਖਾਲਸੇ ਕਰ ਮੇਰੋ ਸਦਕਾਰ। ਸਤਿਗੁਰੂ ਕਹਿੰਦੇ ਖਾਲਸੇ ਕਰ ਮੇਰੋ ਸਦਕਾਰ। ਸਤਕਾਰ ਸ਼ਬਦ ਤੋਂ ਭਾਵ ਸਤਕਾਰ। ਸਤਿਗੁਰੂ ਗੁਰੂ ਗੋਬਿੰਦ ਸਿੰਘ ਕਹਿੰਦੇ ਦੁਨੀਆ ਦੇ ਤਖਤੇ ਤੇ ਗੁਰੂ ਗੋਬਿੰਦ ਸਿੰਘ ਦਾ ਸਤਕਾਰ ਖਾਲਸੇ ਕਰਕੇ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿੰਨਾ ਵੱਡਾ ਮਾਣ ਕਲਗੀਧਰ ਪਾਤਸ਼ਾਹ ਦੇ ਰਹੀ ਹੈ। ਇਸ ਸੰਸਾਰ ਦੇ ਤਖਤੇ ਤੇ ਸਿੱਖਾਂ ਦੀ ਕੋਈ ਬਾਤ ਨਾ ਪੁੱਛਦਾ ਜੇ ਕਲਗੀਆਂ ਵਾਲੇ ਨੇ ਖੰਡੇ ਦੀ ਪੋਲ ਦੇ ਕਰਕੇ ਇਹ ਬਾਣੀ ਬਾਣੇ ਦੀ ਦਾਤ ਨਾ ਦਿੱਤੀ ਹੁੰਦੀ। ਮਜਬ ਬੜੇ ਸਨ ਦੁਨੀਆ ਦੇ ਤਖਤੇ ਤੇ, ਪਰ ਜੇ ਕਿਸੇ ਦੇ ਅੰਦਰ ਇਹ ਜਜ਼ਬਾ ਆਇਆ ਪਾਤਸ਼ਾਹੀ ਦਾ ਦਾਵਾ ਰੱਖਣ ਦਾ ਤੇ ਕਲਗੀਆਂ ਵਾਲੇ ਦੀ ਖੰਡੇ ਦੀ ਪਹੁਲ ਦੇ ਨਾਲ ਆਇਆ। ਇਸੇ ਕਰਕੇ ਇਤਿਹਾਸ ਦੇ ਵਿੱਚ ਆਉਂਦਾ ਹੈ ਗਜ਼ਬ ਅਸਰ ਇਸਕੋ ਹਮ ਦੇਖਾ, ਬੁਜ਼ਦਿਲ ਹੋਵਤ ਸ਼ੇਰ ਬਸੇਖਾ। ਕਹਿੰਦੇ ਆ ਖੰਡੇ ਦੀ ਪਹੁਲ ਦੇ ਚੂੜਿਆਂ ਦੇ ਵਿੱਚ ਇਹ ਤਾਕਤ ਹੈ। ਇਹਦਾ ਇੱਕ ਜਿਹੜਾ ਅਸਰ ਹੈ ਗਜ਼ਬ ਤਰੀਕੇ ਦਾ ਅਸਰ ਹੈ। ਜਿਹੜੇ ਮੌਤ ਤੋਂ ਡਰਦੇ ਨੇ, ਜਿਹੜੇ ਬੁਜ਼ਦਲ ਨੇ, ਇਹ ਬੁਜ਼ਦਿਲ ਹੋਵਤ ਸ਼ੇਰ ਬਸੇਖਾ, ਬੱਬਰ ਸ਼ੇਰ ਦੀ ਤਰ੍ਹਾਂ ਕੇ ਭਾਗਦਾ। ਜਿਹੜਾ ਖੰਡੇ ਦੀ ਪੋਲ ਲੈ ਲੈਂਦਾ ਫਿਰ ਇਹ ਦੁਨਿਆਵੀ ਹਕੂਮਤਾਂ ਦੀ ਅਧੀਨਗੀ ਨਹੀਂ ਮੰਨਦਾ, ਕੇਵਲ ਤੇ ਕੇਵਲ ਖੁਦਾ ਦੀ ਆਨ ਮੰਨਦਾ ਹੈ। ਤੇ ਖਾਲਸਾ ਜੀ ਕਲਗੀਆਂ ਵਾਲੇ ਦੇ ਖਾਲਸੇ ਆਪਣੇ ਆਪ ਨੂੰ ਦੁਨੀਆ ਦਾ ਸ਼ਹਿਨशाह ਕਹਿੰਦੇ, ਕਿਉਂਕਿ ਇਹ ਸ਼ਹਿਨशाही ਇਹ ਪਾਤਸ਼ਾਹੀ ਕਿਸੇ ਬੰਦੇ ਨੇ ਨਹੀਂ ਦਿੱਤੀ। ਭਾਈ ਰਤਨ ਸਿੰਘ ਭੰਗੂ ਨੂੰ ਪੁੱਛਿਆ ਸੀ ਨਾ ਜਦੋਂ ਬ੍ਰਿਟਿਸ਼ ਸਰਕਾਰ ਨੇ ਵੀ ਜਿਹੜੇ ਸਿੱਖ ਪਾਤਸ਼ਾਹੀਆਂ ਦਾ ਦਾਵਾ ਕਰਦੇ ਇਹਨਾਂ ਨੂੰ ਪਾਤਸ਼ਾਹੀ ਦਿੱਤੀ ਕਿੰਨੇ ਹੈ, ਤੇ ਭਾਈ ਰਤਨ ਸਿੰਘ ਭੰਗੂ ਤਾਂ ਆਕਾਸ਼ ਵੱਲ ਉਂਗਲ ਕਰਕੇ ਕਹਿੰਦੇ ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹ ਅਟੋਲਾ। ਸਾਨੂੰ ਦੁਨੀਆ ਦੇ ਬਾਦਸ਼ਾਹ ਨੇ ਪਾਤਸ਼ਾਹੀ ਨਹੀਂ ਦਿੱਤੀ, ਸਾਨੂੰ ਪਾਤਸ਼ਾਹੀ ਦਿੱਤੀ ਹੈ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ। ਇਹ ਗੁਰੂ ਨਾਨਕ ਸਾਹਿਬ ਦੀ ਪਾਤਸ਼ਾਹੀ ਹੈ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਹੜਾ ਰੱਬ ਦੀਆਂ ਸਿਫਤਾਂ ਕਰਦਾ ਉਹਦੇ ਕੋਲ ਰੱਬ ਦੇ ਦਰਗਾਹ ਦੀ ਪਾਤਸ਼ਾਹੀ ਆ ਜਾਂਦੀ ਹੈ। ਸੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਕਹਿੰਦੇ ਇਸ ਦੁਨੀਆ ਦੇ ਤਖਤੇ ਤੇ ਖਾਲਸੇ ਕਰਕੇ ਮੇਰਾ ਸਤਿਕਾਰ ਹੋ ਰਿਹਾ ਹੈ। ਖਾਲਸਾ ਮੇਰੋ ਸਭ ਜਨ ਪਰਿਵਾਰ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਖਾਲਸਾ ਜਿਹੜਾ ਮੇਰਾ ਪਰਿਵਾਰ ਹੈ, ਸਵਜਨ ਪਰਿਵਾਰ, ਬੜਾ ਸੋਹਣਾ ਪਰਿਵਾਰ ਹੈ ਤੇ ਮੈਂ ਇਸ ਸੋਹਣੇ ਪਰਿਵਾਰ ਦੀ ਸਦਾ ਸੁਖ ਮੰਗਦਾ ਹਾਂ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਆ ਮੇਰਾ ਪਰਿਵਾਰ ਹੈ ਤੇ ਇਸ ਪਰਿਵਾਰ ਦੀ ਝੋਲੀ ਦੇ ਵਿੱਚ ਕਲਗੀਆਂ ਵਾਲਾ ਸਦਾ ਹੀ ਸੁਖ ਪਾਉਂਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਖਾਲਸਾ ਮੇਰਾ ਬੜਾ ਸੋਹਣਾ ਪਰਿਵਾਰ ਹੈ।
ਖਾਲਸੇ ਮੇਰੋ ਕਰਤੇ ਉਧਾਰ। ਖਾਲਸਾ ਜੀ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ। ਕਿੰਨੇ ਜਨਮਾਂ ਤੋਂ ਅਸੀਂ ਭਟਕ ਰਹੇ ਸਾਂ, ਕਲਗੀਆਂ ਵਾਲੇ ਦੀ ਬਾਣੀ ਨੇ ਸਾਡਾ ਉਧਾਰ ਕਰ ਦਿੱਤਾ। ਤੇ ਐਸੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਕਹਿੰਦੇ ਕਿ ਮੇਰਾ ਉਧਾਰ ਗੁਰੂ ਗੋਬਿੰਦ ਸਿੰਘ ਦਾ ਉਧਾਰ ਖਾਲਸੇ ਨੇ ਕੀਤਾ। ਕਿੰਨਾ ਵੱਡਾ ਮਾਣ ਤੇ ਕੈਸੇ ਸਤਿਕਾਰ ਪੂਰਤ ਸ਼ਬਦ ਕਲਗੀਧਰ ਪਾਤਸ਼ਾਹ ਨੇ ਖਾਲਸੇ ਪ੍ਰਤੀ ਵਰਤੇ ਕਿ ਜੋ ਗੁਰੂ ਸਾਡਾ ਉਧਾਰ ਕਰ ਰਹੇ ਨੇ, ਉਹ ਸਤਿਗੁਰੂ ਕਹਿੰਦੇ ਮੇਰਾ ਉਧਾਰ ਤੇ ਖਾਲਸੇ ਨੇ ਕੀਤਾ ਹੈ। ਖਾਲਸਾ ਮੇਰੋ ਪਿੰਡ ਪ੍ਰਾਨ। ਸਤਿਗੁਰੂ ਕਹਿੰਦੇ ਖਾਲਸਾ ਮੇਰੋ ਪਿੰਡ ਪ੍ਰਾਨ। ਸਰੀਰ ਦੇ ਵਿੱਚ ਪ੍ਰਾਨ ਹੋਣ ਨਾ, ਤਾਂ ਹੀ ਖਾਲਸਾ ਜੀ ਬੰਦਾ ਦੁਨੀਆ ਦੇ ਵਿੱਚ ਵਿਚਰ ਸਕਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਜਿਹੜਾ ਮੇਰਾ ਪਿੰਡ ਹੈ ਨਾ, ਇਸ ਪਿੰਡੇ ਦੇ ਵਿੱਚ ਇਕੱਲਾ ਪਿੰਡ ਨਹੀਂ, ਖਾਲਸਾ ਮੇਰੇ ਪਿੰਡ ਪ੍ਰਾਨ, ਮੇਰੇ ਸਰੀਰ ਦੇ ਵਿੱਚ ਵਸ ਰਹੇ ਮੇਰਾ ਪ੍ਰਾਨ ਹੈ ਮੇਰਾ ਖਾਲਸਾ। ਜਦੋਂ ਤੱਕ ਖਾਲਸਾ ਹੈ ਉਦੋਂ ਤੱਕ ਗੁਰੂ ਗੋਬਿੰਦ ਸਿੰਘ ਵਿਚਰ ਰਹੇ। ਪਰ ਅਸਲ ਗੱਲ ਵਿੱਚ ਇਹ ਹੈ ਵੀ ਜਦੋਂ ਤੱਕ ਖਾਲਸਿਆਂ ਵਿੱਚ ਸਿੱਖਾਂ ਵਿੱਚ ਗੁਰੂ ਗੋਬਿੰਦ ਸਿੰਘ ਵਰਤਦੇ ਆ, ਉਦੋਂ ਤੱਕ ਹੀ ਖਾਲਸੇ ਪੰਥ ਦੀ ਚੜ੍ਹਦੀ ਕਲਾ। ਤੇ ਖਾਲਸਾ ਜੀ ਕਲਗੀਧਰ ਪਾਤਸ਼ਾਹ ਕਹਿੰਦੇ ਜਦੋਂ ਤੱਕ ਬ੍ਰਹਮੰਡ ਹੈ ਉਦੋਂ ਤੱਕ ਖਾਲਸਾ ਪੰਥ ਜੁਗੋ ਜੁਗ ਅਟਲ ਰਹੇਗਾ। ਸੋ ਕਲਗੀਧਰ ਪਾਤਸ਼ਾਹ ਕਹਿੰਦੇ ਖਾਲਸਾ ਮੇਰੋ ਪਿੰਡ ਪ੍ਰਾਨ, ਮੇਰੇ ਪਿੰਡ ਦੇ ਪ੍ਰਾਨ ਮੇਰਾ ਖਾਲਸਾ ਹੈ। ਖਾਲਸਾ ਮੇਰੀ ਜਾਨ ਕੀ ਜਾਨ। ਖਾਲਸਾ ਜੀ ਜਦੋਂ ਕਿਸੇ ਮਾਂ ਦਾ ਬੱਚਾ ਕਾਫੀ ਲੰਮੇ ਸਮੇਂ ਬਾਅਦ ਘਰ ਵਾਪਸ ਆਉਂਦਾ ਹੈ ਨਾ, ਤੇ ਮਾਂ ਆਪਣੇ ਸੀਨੇ ਨਾਲ ਲਾ ਕਰਕੇ ਘੁੱਟ ਕੇ ਆਪਣੇ ਬੱਚੇ ਦਾ ਮੱਥਾ ਚੁੰਮ ਕੇ ਕਹਿੰਦੀ ਹੈ ਬੇਟਾ ਤੂੰ ਮੇਰੀ ਜਾਨ ਹੈ। ਮੈਂ ਬੀਤੇ ਦਿਨਾਂ ਵਿੱਚ ਵੀ ਬਚਨ ਕੀਤਾ ਸੀ ਕਿ ਹਜ਼ਾਰਾਂ ਲੱਖਾਂ ਅਰਬਾਂ ਮਾਵਾਂ ਦਾ ਪਿਆਰ ਇਕੱਠਾ ਕਰੀਏ ਤੇ ਕਲਗੀਆਂ ਵਾਲੇ ਦੇ ਪਿਆਰ ਦੀ ਬਰਾਬਰੀ ਨਹੀਂ ਹੋ ਸਕਦੀ। ਮਾਂ ਆਪਣੇ ਬੱਚੇ ਨੂੰ ਸੀਨੇ ਨਾਲ ਲਾ ਕੇ ਘੁੱਟ ਕੇ ਮੱਥਾ ਚੁੰਮ ਕੇ ਕਹਿੰਦੀ ਹੈ ਬੇਟਾ ਤੂੰ ਮੇਰੀ ਜਾਨ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਕਹਿੰਦੇ ਖਾਲਸਾ ਤੂੰ ਮੇਰੀ ਜਾਨ ਕੀ ਵੀ ਜਾਨ ਹੈ, ਕਦੀ ਜਾਨ ਨਹੀਂ, ਤੂੰ ਮੇਰੀ ਜਾਨ ਦੀ ਵੀ ਜਾਨ ਹੈ, ਤੂੰ ਮੈਨੂੰ ਮੇਰੀ ਜਾਨ ਤੋਂ ਵੀ ਪਿਆਰਾ ਹੈ। ਮਾਨ ਮਹਤ ਮੇਰੋ ਖਾਲਸਾ ਸਹੀ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਖਾਲਸਾ ਜਿਹੜਾ ਮੇਰਾ ਮਾਨ ਹੈ, ਮੈਨੂੰ ਖਾਲਸੇ ਦੇ ਉੱਤੇ ਮਾਣ ਹੈ ਕਿ ਮੇਰਾ ਖਾਲਸਾ ਦੁਨੀਆ ਦੇ ਤਖਤੇ ਦੇ ਉੱਤੇ ਆਜ਼ਾਦ ਵਿਚਰ ਕੇ ਪਰਮਾਤਮਾ ਦੀ ਖੁਦਾ ਦੀ ਬੰਦਗੀ ਕਰ ਰਿਹਾ, ਰੱਬ ਦੀ ਬੰਦਗੀ ਕਰ ਰਿਹਾ ਹੈ। ਖਾਲਸਾ ਮੇਰੋ ਸਵਾਰਥ ਕਈ। ਸਵਾਰਥ ਸ਼ਬਦ ਵੈਸੇ ਆਪਾਂ ਉਦੋਂ ਵਰਤਦੇ ਆ ਜਦੋਂ ਕੋਈ ਕਿਸੇ ਚੀਜ਼ ਦੇ ਨਾਲ ਪਕੜ ਬਣਾ ਕੇ ਰੱਖਦਾ ਹੈ, ਕਿਸੇ ਵਿਅਕਤੀ ਦੀ ਕਿਸੇ ਚੀਜ਼ ਨਾਲ ਅਟੈਚਮੈਂਟ ਹੋਵੇ, ਆਪਾਂ ਕਹਿੰਦੇ ਬੜਾ ਸਵਾਰਥੀ ਹੈ, ਆਪਣੇ ਬਾਰੇ ਸੋਚਦਾ ਹੈ। ਤੇ ਜਾਂ ਫਿਰ ਜਦੋਂ ਕੋਈ ਲੋਭ ਕਰਦਾ ਹੈ ਕਿ ਕਿਸੇ ਕੋਲ ਕੋਈ ਚੀਜ਼ ਹੋਵੇ ਤੇ ਬੰਦਾ ਹਰ ਪਲ ਉਹਦੇ ਬਾਰੇ ਸੋਚੀ ਜਾਵੇ, ਤੇ ਆਪਾਂ ਕਹਿੰਦੇ ਬੜਾ ਲੋਭ ਕਰ ਰਿਹਾ, ਬੜਾ ਸਵਾਰਥ ਕਰ ਰਿਹਾ। ਵੈਸੇ ਤੇ ਸਤਿਗੁਰੂ ਜਿਹੜੇ ਨੇ, ਜਿਹੜਾ ਬੰਦਾ ਹੁੰਦਾ ਹੈ ਨਾ, ਇਨਸਾਨ ਦਾ ਸਰੀਰ ਮਿੱਟੀ ਦਾ ਪੁਤਲਾ ਹੈ, ਪੰਜਾਂ ਤੱਤਾਂ ਤੋਂ ਬਣਦਾ ਹੈ, ਪਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਸਤਿਗੁਰੂ ਪੰਜਾਂ ਤੱਤਾਂ ਤੋਂ ਨਹੀਂ ਬਣਦੇ, ਸਤਿਗੁਰੂ ਨਾਮ ਤੋਂ ਬਣਦੇ। ਨਾਮ ਕੇ ਧਾਰੇ ਖੰਡ ਬ੍ਰਹਮੰਡ, ਨਾਮ ਕੇ ਧਾਰੇ ਸਗਲੇ ਜਨ। ਸਤਿਗੁਰੂ ਦਾ ਆਕਾਰ ਨਿਰੰਕਾਰ ਦਾ ਸਰੂਪ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਨੂੰ ਵੈਸੇ ਸਵਾਰਥੀ ਨਹੀਂ ਕਿਹਾ ਜਾ ਸਕਦਾ। ਸਵਾਰਥੀ ਉਹਨੂੰ ਕਹਿੰਦੇ ਜਿਹੜਾ ਆਪਣੇ ਆਪ ਦਾ ਸੋਚੇ, ਪਰ ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਖਾਲਸਾ ਮੇਰੋ ਸਵਾਰਥ ਕਹੀ, ਕਹਿੰਦੇ ਮੈਂ ਸਦਾ ਹੀ ਆਪਣੇ ਖਾਲਸੇ ਬਾਰੇ ਸੋਚਦਾ ਹਾਂ। ਭਾਵ ਕਈ ਵਾਰ ਆਪਾਂ ਸੋਚਣ ਲੱਗ ਜਾਂਦੇ ਆ ਨਾ ਖਾਲਸੇ ਪੰਥ ਦਾ ਕੀ ਹੋਵੇਗਾ, ਪੰਥ ਤੇ ਖਤਮ ਹੋ ਚੱਲਾ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਜਿਸ ਮਾਪਿਓ ਨੇ ਬੱਚੇ ਨੂੰ ਜਨਮ ਦਿੱਤਾ ਹੋਵੇ, ਬੱਚੇ ਨਾਲੋਂ ਜ਼ਿਆਦਾ ਫਿਕਰ ਮਾਪਿਓ ਨੂੰ ਹੁੰਦੀ ਹੈ ਕਿ ਬੱਚੇ ਨੂੰ ਖਵਾਉਣਾ ਕੀ ਹੈ, ਸਵਾਉਣਾ ਕਦੋਂ ਹੈ, ਪਵਾਉਣਾ ਕੀ ਹੈ। ਤੇ ਖਾਲਸਾ ਜੀ ਆਪਾਂ ਪੰਥ ਦੀ ਫਿਕਰ ਛੱਡ ਕੇ ਨਾ ਆਪਣੇ ਆਪ ਦੀ ਫਿਕਰ ਕਰਕੇ ਨਿਤਨੇਮੀ ਹੋਈਏ, ਅੰਮ੍ਰਿਤ ਵੇਲੇ ਦੇ ਅਭਿਆਸੀ ਹੋਈਏ, ਡਟ ਕੇ ਭਜਨ ਬੰਦਗੀ ਕਰੀਏ ਤੇ ਪਰਮਾਤਮਾ ਦੀ ਸਿਫਤ ਕਰੀਏ, ਕਿਉਂਕਿ ਜਿਸ ਕਲਗੀਆਂ ਵਾਲੇ ਨੇ ਪੰਥ ਨੂੰ ਬਣਾਇਆ, ਉਸ ਕਲਗੀਆਂ ਵਾਲੇ ਨੂੰ ਸਦਾ ਹੀ ਆਪਣੇ ਪੰਥ ਦੀ ਫਿਕਰ ਹੈ ਤੇ ਪੰਥ ਨੂੰ ਕਦੇ ਕੋਈ ਮੁਕਾ ਨਹੀਂ ਸਕਦਾ, ਕਿਉਂਕਿ ਪੰਥ ਦਾ ਵਾਲੀ ਕਲਗੀਆਂ ਵਾਲਾ ਪਾਤਸ਼ਾਹ ਹੈ। ਸੋ ਇਸ ਕਰਕੇ ਸਤਿਗੁਰੂ ਕਹਿੰਦੇ ਮੈਨੂੰ ਸਦਾ ਮੇਰੇ ਖਾਲਸੇ ਦੀ ਸੋਚ ਹੈ।
ਖਾਲਸਾ ਮੇਰੋ ਕਰੇ ਨਿਰਵਾਹ। ਨਿਰਵਾਹ ਤੋਂ ਭਾਵ ਪਾਲਣਾ। ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਖਾਲਸਾ ਹੀ ਮੇਰਾ ਨਿਰਵਾਹ ਕਰਦਾ ਹੈ। ਖਾਲਸਾ ਮੇਰੋ ਦੇਹ ਅਰਧ ਸਾਹ। ਖਾਲਸਾ ਜੀ ਬੰਦਾ ਸਰੀਰ ਕਰਕੇ ਹੈ ਤੇ ਦੂਸਰਾ ਸਵਾਸਾਂ ਕਰਕੇ ਹੈ। ਜੇ ਸਰੀਰ ਨਾ ਹੋਵੇ ਤੇ ਸਰੀਰ ਵਿੱਚ ਸਵਾਸ ਨਾ ਹੋਣ ਤੇ ਬੰਦੇ ਦੀ ਕੋਈ ਹਸਤੀ ਨਹੀਂ। ਬੰਦਾ ਕੇਵਲ ਇੱਕ ਹਵਾ ਹੈ, ਆਤਮਾ ਹੈ। ਆਤਮਾ ਨਜ਼ਰ ਨਹੀਂ ਆਉਂਦੀ, ਹਵਾ ਦੀ ਤਰ੍ਹਾਂ ਹੁੰਦਾ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਕਹਿੰਦੇ ਜਿਹੜਾ ਖਾਲਸਾ ਹੈ ਨਾ, ਸਿੱਖੋ ਖਾਲਸਾ ਮੇਰੀ ਦੇਹ ਨਹੀਂ ਬਲਕਿ ਦੇਹ ਦੇ ਵਿੱਚ ਵਰਤ ਰਹੇ ਸਵਾਸ ਵੀ ਹੈ। ਗੁਰੂ ਗੋਬਿੰਦ ਸਿੰਘ ਉਦੋਂ ਤੱਕ ਹੀ ਹੈ ਜਦੋਂ ਤੱਕ ਖਾਲਸਾ ਹੈ। ਐਸਾ ਮਾਣ ਕਲਗੀਧਰ ਨੇ ਦਿੱਤਾ ਕਿ ਖਾਲਸਾ ਮੇਰੇ ਸਰੀਰ ਦੇ ਅੰਦਰ ਵਰਤ ਰਹੇ ਸਵਾਸਾਂ ਤੋਂ ਵੀ ਵੱਧ ਕੇ ਹੈ। ਖਾਲਸਾ ਮੇਰੋ ਧਰਮ ਰੋ ਕਰਮ। ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਦੁਨੀਆ ਦੇ ਤਖਤੇ ਦੇ ਉੱਤੇ ਖਾਲਸਾ ਹੀ ਮੇਰਾ ਧਰਮ ਹੈ, ਖਾਲਸਾ ਹੀ ਮੇਰਾ ਕਰਮ ਹੈ। ਆਪਾਂ ਜੋ ਖਾਲਸਾ ਪੰਥ ਦੇ ਵਿੱਚ ਵਿਚਰ ਰਹੇ ਹਾਂ ਨਾ, ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਜਿਆ ਹੈ। ਕਰਹੂੰ ਖਾਲਸਾ ਪੰਥ ਤੀਸਰ ਪਰਵੇਸਾ, ਜਗੇ ਸਿੰਘ ਜੋਧੇ ਧਰੇ ਨੀਲ ਭੇਸਾ। ਐਸਾ ਪੰਥ ਪ੍ਰਗਟ ਕੀਤਾ ਨਿਲੰਬਰ ਧਾਰੀ ਖਾਲਸੇ ਸਾਜੇ। ਤੇ ਕਲਗੀਧਰ ਪਾਤਸ਼ਾਹ ਕਹਿੰਦੇ ਖਾਲਸਾ ਹੀ ਮੇਰਾ ਕਰਮ ਹੈ। ਜੋ ਖਾਲਸਾ ਕਰ ਰਿਹਾ ਉਹ ਮੈਂ ਕਰ ਰਿਹਾ। ਕਰਮ ਉਹ ਹੁੰਦਾ ਜੋ ਕੋਈ ਕਮਾਵੇ। ਸਤਿਗੁਰੂ ਕਹਿੰਦੇ ਜੋ ਖਾਲਸਾ ਕਰ ਰਿਹਾ ਉਹ ਮੇਰਾ ਕਰਮ ਹੈ। ਮੈਂ ਇਸੇ ਕਰਕੇ ਵਾਰ-ਵਾਰ ਚਰਨਾਂ ਵਿੱਚ ਬੇਨਤੀ ਕਰਦਾ ਵੀ ਜਦੋਂ ਵੀ ਦੁਨੀਆ ਦੇ ਵਿੱਚ ਵਿਚਰੋ, ਸਿਰ ਤੇ ਦਸਤਾਰ ਸਜਾਈ ਹੋਵੇ, ਹੱਥ ਵਿੱਚ ਕੜਾ ਪਾਇਆ ਹੋਵੇ, 5 ਕਕਾਰ ਪਾਏ ਹੋਣ ਜਾਂ ਕਲਗੀਆਂ ਵਾਲੇ ਦਾ ਬਖਸ਼ਾ ਬਾਣਾ ਪਾਇਆ ਹੋਵੇ, ਦੁਨੀਆ ਵਿੱਚ ਹਮੇਸ਼ਾ ਵਿਚਰਨ ਲੱਗਿਆਂ ਇਹ ਚੇਤੇ ਰੱਖਿਆ ਕਰੋ ਕਿ ਜਦੋਂ ਵਿਚਰੋਗੇ ਇਸ ਤਰ੍ਹਾਂ ਵਿਚਰੋ ਜਿਵੇਂ ਗੁਰੂ ਗੋਬਿੰਦ ਸਿੰਘ ਵਿਚਰ ਰਹੇ ਹੁੰਦੇ। ਕਹਿਣ ਤੋਂ ਭਾਵੇ ਵੀ ਜਦੋਂ ਦੁਨੀਆ ਵਿੱਚ ਜਾਈਏ ਤੇ ਸਾਡੀਆਂ ਅੱਖਾਂ ਕਿਸੇ ਵੱਲ ਮਾੜਾ ਨਾ ਵੇਖਣ, ਸਾਡੇ ਕੰਨ ਕਿਸੇ ਦੀ ਨਿੰਦਿਆ ਨਾ ਸੁਣਨ, ਸਾਡੀ ਜ਼ਬਾਨ ਕਿਸੇ ਪ੍ਰਤੀ ਮਾੜੇ ਸ਼ਬਦ ਨਾ ਬੋਲੇ, ਸਾਡੇ ਮਨ ਵਿੱਚ ਕਿਸੇ ਪ੍ਰਤੀ ਈਰਖਾ ਨਾ ਆਵੇ। ਕਿਉਂਕਿ ਕਲਗੀਆਂ ਵਾਲੇ ਪਾਤਸ਼ਾਹ ਨੇ ਨਾ ਕਿਸੇ ਨਾਲ ਮਾੜਾ ਵੇਖਿਆ, ਨਾ ਕਿਸੇ ਪ੍ਰਤੀ ਮਾੜੇ ਸ਼ਬਦ ਵਰਤੇ, ਨਾ ਕਿਸੇ ਦੀ ਨਿੰਦਿਆ ਕੀਤੀ ਤੇ ਨਾ ਸੁਣੀ। ਜੋ ਗੁਰਬਾਣੀ ਦਾ ਫਰਮਾਨ ਹੈ, ਪਰਤਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ, ਸੰਤ ਸੰਗ ਹੇਤ ਕਰਨ ਨਾ ਸੁਨੈ, ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ। ਅਨੰਦਪੁਰ ਸਾਹਿਬ ਤੋਂ ਥੋੜੀ ਜਿਹੀ ਦੂਰੀ ਤੇ ਮੁਗਲ ਹਕੂਮਤ ਦੇ ਸਿਪਾਹੀਆਂ ਦਾ ਕੈਂਪ ਲੱਗਾ। ਗੁਰੂ ਕੇ ਖਾਲਸਿਆਂ ਨੇ ਜਾ ਕਰਕੇ ਹਮਲਾ ਕਰ ਦਿੱਤਾ। ਮੁਗਲ ਹਕੂਮਤ ਦੇ ਸਿਪਾਹੀ ਭੱਜ ਗਏ। ਉੱਥੇ ਖਾਲਸਾ ਜੀ ਇੱਕ ਔਰਤ, ਇੱਕ ਬੇਗਮ, ਉਹ ਕੈਂਪ ਦੇ ਵਿੱਚ ਰਹਿ ਗਈ, ਇਕੱਲੀ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਜਿਆ ਨਵਾਜਿਆ ਖਾਲਸਾ ਜੀ ਫੌਜਾਂ ਉਸ ਬੀਬੀ ਨੂੰ ਅਨੰਦਪੁਰ ਸਾਹਿਬ ਲੈ ਕੇ ਆਈਆਂ। ਖਾਲਸਾ ਮੇਰੋ ਧਰਮ ਰੋ ਕਰਮ। ਕਰਮ ਕੀ ਹੈ ਕਲਗੀਆਂ ਵਾਲੇ ਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਜਦੋਂ ਉਹ ਬੀਬੀ ਲਿਆ ਕੇ ਖੜੀ ਕੀਤੀ, ਕਲਗੀਧਰ ਨੂੰ ਖਾਲਸੇ ਨੇ ਦੱਸਿਆ ਮਹਾਰਾਜ ਮੁਗਲ ਹਕੂਮਤ ਦੀ ਫੌਜਾਂ ਦਾ ਕੈਂਪ ਲੱਗਾ ਸੀ, ਸਿਪਾਹੀ ਭੱਜ ਗਏ, ਆ ਬੀਬੀ ਰਹਿ ਗਈ ਹੈ, ਇਹਨੂੰ ਅਨੰਦਪੁਰ ਸਾਹਿਬ ਲਿਆਏ ਆ। ਤੇ ਕਲਗੀਆਂ ਵਾਲੇ ਨੇ ਸਭ ਤੋਂ ਪਹਿਲਾ ਸਵਾਲ ਸਿੱਖਾਂ ਨੂੰ ਕੀ ਕੀਤਾ? ਇਹ ਸਵਾਲ ਕੀਤਾ ਕਿ ਖਾਲਸਾ ਜੀ ਤੁਹਾਡੇ ਸਰੀਰ ਦਾ ਕੋਈ ਵੀ ਅੰਗ ਕੀ ਇਸ ਬੀਬੀ ਦੇ ਸਰੀਰ ਨਾਲ ਛੁਇਆ ਤੇ ਨਹੀਂ? ਇਸ ਬੀਬੀ ਨੂੰ ਹੱਥ ਤੇ ਨਹੀਂ ਲਾਇਆ? ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਏਡਾ ਵੱਡਾ ਕਰਤਾਰ ਉੱਚਾ ਰੱਖਿਆ ਖਾਲਸੇ ਦਾ ਕਿ ਇਸ ਬੀਬੀ ਨੂੰ ਹੱਥ ਤੇ ਨਹੀਂ ਲਾਇਆ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ ਪਾਤਸ਼ਾਹ ਤੇਰੇ ਖੰਡੇ ਦੀ ਬਖਸ਼ੀ ਗੁੜਤੀ ਲਈ ਹੈ, ਇਸ ਬੀਬੀ ਨੂੰ ਪਾਲਕੀ ਦੇ ਵਿੱਚ ਬਿਠਾ ਕੇ ਬੜੇ ਸਤਿਕਾਰ ਨਾਲ ਲੈ ਕੇ ਆਏ। ਖਾਲਸਾ ਜੀ ਇਹ ਖਾਲਸੇ ਦਾ ਕਰਮ ਹੈ ਵੀ ਕਿਸੇ ਵੱਲ ਮਾੜਾ ਨਾ ਵੇਖੇ। ਦਮਾਲੇ ਸਿਰ ਤੇ ਬੰਨ ਕੇ ਵੀ ਮੈਂ ਨਿੱਕੀ ਜਿਹੀ ਬੇਨਤੀ ਆਪਣੇ ਨੌਜਵਾਨਾਂ ਨੂੰ ਕਰਾਂ ਵੀ ਜੇ ਸਿਰਾਂ ਤੇ ਦਮਾਲੇ ਬੰਨ ਕੇ ਦੁਨਿਆਵੀ ਆਮ ਲੜਕੇ ਲੜਕੀਆਂ ਵਾਲੇ ਕੰਮ ਕਰ ਗਏ ਤੇ ਮਾਫ ਕਰ ਦਿਓ, ਕਲਗੀਆਂ ਵਾਲੇ ਦੀ ਖੁਸ਼ੀ ਨਹੀਂ ਮਿਲਦੀ। ਤੇ ਅੱਜ ਸਾਡੇ ਨੌਜਵਾਨਾਂ ਨੂੰ ਜਿੱਥੇ ਕਲਗੀਆਂ ਵਾਲੇ ਨੇ ਦਮਾਲੇ ਬਖਸ਼ੇ ਨੇ, ਬਾਣਾ ਬਖਸ਼ਿਆ, ਅਰਦਾਸ ਕਰਿਆ ਕਰੋ ਕਲਗੀਆਂ ਵਾਲੇ ਪਾਤਸ਼ਾਹ ਬਾਣੇ ਦੇ ਲਾਇਕ ਜੀਵਨ ਵੀ ਬਖਸ਼ ਦੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਤੋਂ ਬਾਅਦ ਉਸ ਬੱਚੀ ਨੂੰ ਆਪਣੇ ਮਾਤਾ ਗੁਜਰ ਜੀ ਕੋਲ ਭੇਜਿਆ। ਦਿਨ ਚੜਿਆ,
ਅਗਲੇ ਦਿਨ ਮਹਾਰਾਜ ਨੇ ਬਚਨ ਕੀਤਾ, ਇਸ ਭੈਣ ਨੂੰ ਸੋਨੇ ਦੀ ਪਾਲਕੀ ਦੇ ਵਿੱਚ ਬਿਠਾ ਕਰਕੇ ਛੱਡ ਕੇ ਆਓ ਸਤਿਕਾਰ ਨਾਲ। ਤੇ ਜਦੋਂ ਤੋਰਨ ਲੱਗੇ, ਮਾਤਾ ਜੀ ਨੇ ਕਿਹਾ ਜਦੋਂ ਘਰ ਤੋਂ ਧੀਆਂ ਨੂੰ ਤੋਰੋ ਤੇ ਕੁਝ ਦੇ ਕਰਕੇ ਤੋਰੀਦਾ, ਖਾਲੀ ਹੱਥ ਨਹੀਂ ਤੋਰੀਦਾ। ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਕੇਵਲ ਪਾਲਕੀ ਜੀ ਨਹੀਂ ਭਾਇਆ ਬਲਕਿ ਸੋਨੇ ਦੇ ਨਾਲ ਲੱਦ ਦਿੱਤਾ। ਤੇ ਉਹ ਬੱਚੀ ਦੋਵੇਂ ਹੱਥ ਜੋੜ ਕੇ ਕਲਗੀਆਂ ਵਾਲੇ ਦੇ ਚਰਨਾਂ ਤੇ ਮੱਥਾ ਧਰ ਕੇ ਕਹਿੰਦੀ ਹੈ, ਸੱਚਿਆ ਪਾਤਸ਼ਾਹ ਮੈਨੂੰ ਮਾਫ ਕਰ ਦਿਓ, ਸਾਡੇ ਵੱਡੇ ਵਡੇਰੇ ਤੇ ਤੈਨੂੰ ਸਮਝ ਹੀ ਨਹੀਂ ਸਕੀ, ਤੂੰ ਤੇ ਖੁਦਾ ਦਾ ਰੂਪ ਹੈ। ਖਾਲਸਾ ਜੀ, ਇਸ ਕਰਕੇ ਮਹਾਰਾਜ ਨੇ ਕਿਹਾ ਖਾਲਸਾ ਮੇਰੋ ਧਰਮ ਰੋ ਕਰਮ। ਜਦੋਂ ਦੁਨੀਆ ਦੇ ਵਿੱਚ ਖਾਲਸਾ ਵਿਚਰੇ, ਇਸ ਤਰ੍ਹਾਂ ਵਿਚਰੇ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਵਿਚਰ ਰਹੇ ਹੁੰਦੇ। ਸਿੱਖ ਦਾ ਜੀਵਨ ਪਤਾ ਕੀ ਹੁੰਦਾ? ਸਿੱਖ ਨੂੰ ਦੱਸਣਾ ਨਾ ਪਵੇ ਮੈਂ ਸਿੱਖ ਹਾਂ। ਸਿੱਖ ਕਿਸੇ ਗਲੀ ਚੋਂ ਵੀ ਲੰਘ ਜਾਵੇ ਨਾ, ਤੇ ਸਿੱਖ ਦੇ ਕਰਮ ਐਸੇ ਮਹਾਨ ਹੋਣ ਵੀ ਦੁਨੀਆ ਦੇ ਲੋਕ ਹੱਥ ਜੋੜ ਕੇ ਕਹਿਣ ਗੁਰੂ ਕਾ ਖਾਲਸਾ ਲੰਘ ਕੇ ਗਿਆ। ਇਹ ਕਰਮ ਹੋਣਾ ਚਾਹੀਦਾ। ਖਾਲਸਾ ਬੇਨਤੀ ਕਰਾਂ, ਜਿਸ ਸਿੱਖ ਨੂੰ ਵੇਖ ਕੇ ਕਲਗੀਆਂ ਵਾਲਾ ਚੇਤੇ ਆ ਜਾਵੇ, ਅਸਲ ਮਾਇਨੇ ਵਿੱਚ ਕੋਈ ਸਿੱਖ ਹੈ। ਜਿਸ ਸਿੱਖ ਨੂੰ ਵੇਖ ਕੇ ਦੁਨੀਆ ਸੰਸਾਰ ਨਜ਼ਰ ਆਵੇ, ਉਹ ਸਿੱਖ ਨਹੀਂ ਹੋ ਸਕਦਾ। ਸਿੱਖ ਨੂੰ ਵੇਖ ਕੇ ਗੁਰੂ ਚੇਤੇ ਆਵੇ ਤੇ ਤਾਂ, ਪਰ ਚੇਤੇ ਵੀ ਤਾਂ ਆਉਂਦਾ ਜੇ ਹਿਰਦੇ ਵਿੱਚ ਗੁਰੂ ਕੀ ਬਾਣੀ ਵਸਦੀ ਹੋਵੇ। ਸੋ ਸਤਿਗੁਰੂ ਕਹਿੰਦੇ ਖਾਲਸਾ ਹੀ ਮੇਰਾ ਧਰਮ ਤੇ ਖਾਲਸਾ ਹੀ ਮੇਰਾ ਕਰਮ ਹੈ। ਖਾਲਸਾ ਮੇਰ ਭੇਦ ਨਿਜ ਮਰਮ। ਖਾਲਸਾ ਮੇਰ ਭੇਦ ਨਿਜ ਮਰਮ। ਦੁਨੀਆ ਦੇ ਵਿੱਚ ਨਾ ਜਦੋਂ ਬੰਦਾ ਵਿਚਰਦਾ, ਬੰਦੇ ਦੀਆਂ ਕਈ ਗੱਲਾਂ ਉਹਦੇ ਮਾਪਿਓ ਨੂੰ ਪਤਾ ਹੁੰਦੀਆਂ, ਪਰ ਕੁਝ ਗੱਲਾਂ ਐਸੀਆਂ ਹੁੰਦੀਆਂ ਬੰਦੇ ਦੀਆਂ ਜਿਹੜੀਆਂ ਕੇਵਲ ਉਹਦੇ ਦੋਸਤਾਂ ਨੂੰ ਪਤਾ ਹੁੰਦੀਆਂ, ਤੇ ਕੁਝ ਗੱਲਾਂ ਐਸੀਆਂ ਹੁੰਦੀਆਂ ਜਿਹੜੀਆਂ ਨਾ ਦੋਸਤਾਂ ਨੂੰ ਪਤਾ, ਨਾ ਮਾਪਿਓ ਨੂੰ, ਨਾ ਰਿਸ਼ਤੇਦਾਰਾਂ ਨੂੰ, ਕੇਵਲ ਬੰਦੇ ਨੂੰ ਪਤਾ। ਉਹ ਆਪਾਂ ਕਹਿੰਦੇ ਆ ਬੰਦੇ ਦੇ ਦਿਲ ਦਾ ਭੇਦ ਕੋਈ ਜਾਣ ਨਹੀਂ ਸਕਦਾ। ਤੇ ਸਤਿਗੁਰੂ ਦਾ ਭੇਦ ਵੀ ਆਪਾਂ ਨਹੀਂ ਪਾ ਸਕਦੇ, ਕਿਨੀ ਤੇਰਾ ਅੰਤ ਨਾ ਪਾਇਆ। ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਆਪਣੇ ਦਿਲ ਦੇ ਸਾਰੇ ਭੇਦ ਹੀ ਖਾਲਸੇ ਅੱਗੇ ਖੋਲ ਦਿੱਤੇ ਨੇ। ਕਹਿੰਦੇ ਜੇ ਕਲਗੀਆਂ ਵਾਲੇ ਦੇ ਦਿਲ ਦਾ ਕੋਈ ਭੇਦ ਪਾ ਸਕਦਾ ਤੇ ਕੇਵਲ ਖਾਲਸਾ ਪਾ ਸਕਦਾ, ਦੂਜਾ ਕੋਈ ਪਾ ਹੀ ਨਹੀਂ ਸਕਦਾ। ਇਹੀ ਕਾਰਨ ਹੈ ਵੀ ਖਾਲਸੇ ਦਾ ਬੰਦ ਵੀ ਕੱਟਿਆ ਜਾਂਦਾ ਹੈ ਤੇ ਖਾਲਸਾ ਕਦੇ ਸ਼ਿਕਵਾ ਨਹੀਂ ਕਰਦਾ ਵੀ ਕਲਗੀਆਂ ਵਾਲਿਆ ਤੂੰ ਮੈਨੂੰ ਦੁੱਖ ਕਿਉਂ ਦੇ ਦਿੱਤਾ, ਕਿਉਂਕਿ ਉਹਨੂੰ ਦਿਲ ਦਾ ਭੇਦ ਪਤਾ ਹੈ ਵੀ ਇਥੋਂ ਚੜ੍ਹਦੀ ਕਲਾ ਨਿਕਲੇਗੀ। ਖਾਲਸਾ ਜੀ, ਖਾਲਸੇ ਨੂੰ ਚਰਖੜੀ ਤੇ ਚੜਨਾ ਪੈ ਜਾਵੇ, ਖਾਲਸਾ ਸ਼ਿਕਵਾ ਨਹੀਂ ਕਰਦਾ ਮੈਨੂੰ ਦੁੱਖ ਕਿਉਂ ਦੇ ਦਿੱਤਾ, ਕਿਉਂਕਿ ਕਲਗੀਆਂ ਵਾਲੇ ਦੇ ਦਿਲ ਦਾ ਭੇਦ ਖਾਲਸੇ ਨੂੰ ਪਤਾ ਹੈ। ਖਾਲਸਾ ਮੇਰੋ ਸਤਿਗੁਰ ਪੂਰਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੌਕਟ ਮਾਨੈ। ਨੀਚ ਜਾਤ ਹਰ ਜਪਤਿਆਂ, ਉੱਤਮ ਪਦਵੀ ਪਾਏ। ਕੈਸੀ ਉੱਚੀ ਪਦਵੀ ਦੇ ਦਿੱਤੀ ਆਪਣੇ ਖਾਲਸੇ ਨੂੰ। ਸਤਿਗੁਰੂ ਗੁਰੂ ਗੋਬਿੰਦ ਸਿੰਘ ਕਹਿੰਦੇ ਖਾਲਸਾ ਤੇ ਮੇਰਾ ਸਤਿਗੁਰ ਹੈ। ਕੇਵਲ ਦੁਨੀਆ ਦੇ ਤਖਤੇ ਤੇ ਇਹ ਕਲਗੀਆਂ ਵਾਲੇ ਐਸੇ ਮੁਰਸ਼ਿਦ ਹੋਏ ਜਿਹੜੇ ਆਪਣੇ ਪੈਰੋਕਾਰਾਂ ਨੂੰ ਸਤਿਗੁਰ ਬਣਾ ਗਏ। ਪਰ ਖਾਲਸਾ ਜੀ, ਮੈਂ ਹੀ ਬੇਨਤੀ ਕਰਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਕਿੱਡੇ ਵੱਡੇ ਸ਼ਖਸੀਅਤ ਦੇ ਮਾਲਕ, ਬਰਕਤਾਂ ਦੇ ਮਾਲਕ, ਤਾਂ ਵੀ ਆਪਣੇ ਸਿੱਖਾਂ ਦੇ ਖਾਲਸੇ ਦੇ ਸਾਹਮਣੇ ਇੰਨੀ ਨਿਮਰਤਾ ਵਿਖਾ ਦਿੱਤੀ ਵੀ ਖਾਲਸਾ ਹੀ ਮੇਰਾ ਸਤਿਗੁਰ ਹੈ। ਮੈਂ ਬੇਨਤੀ ਕਰਾਂ, ਸਿੱਖ ਜਿੱਡਾ ਮਰਜੀ ਵੱਡਾ ਬਣ ਜਾਵੇ ਪਰ ਗੁਰੂ ਗ੍ਰੰਥ ਸਾਹਿਬ ਅੱਗੇ ਆ ਕੇ ਕਦੇ ਵੀ ਉੱਚਾ ਹੋ ਕੇ ਨਾ ਵਿਖਾਵੇ। ਨਿਮਰਤਾ ਦਾ ਗੁਣ ਕਲਗੀਆਂ ਵਾਲੇ ਤੋਂ ਸਿੱਖੇ ਤੇ ਇਹੀ ਅਰਦਾਸ ਕਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਅੱਗੇ, ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ। ਹੋਂ ਪਾਪੀ ਵੱਡ ਗੁਨੇਗਾਰ ਅਸੀਂ ਤੇ ਪਾਪੀ ਹਾਂ। ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਕਹਿੰਦੇ ਖਾਲਸਾ ਮੇਰਾ ਪੂਰਾ ਸਤਿਗੁਰ ਹੈ। ਖਾਲਸਾ ਮੇਰੋ ਸਵਜਨ ਸੂਰਾ। ਤੇ ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਦੁਨੀਆ ਦੇ ਤਖਤੇ ਤੇ ਖਾਲਸਾ ਮੇਰਾ ਉਹ ਸੂਰਬੀਰ ਯੋਧਾ ਹੈ ਜਿਸ ਨੂੰ ਦੁਨੀਆ ਦੇ ਤਖਤੇ ਤੇ ਕੋਈ ਮਿਟਾ ਨਹੀਂ ਸਕਦਾ। ਖਾਲਸਾ ਮੇਰੋ ਬੁੱਧ ਰੋ ਗਿਆਨ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਵੱਡਾ ਕੋਈ ਗਿਆਨਵਾਨ ਪੈਗੰਬਰ ਦੁਨੀਆ ਦੇ ਤਖਤੇ ਤੇ ਨਹੀਂ ਆਇਆ। 52 ਭਾਸ਼ਾਵਾਂ ਆਪਣੀ ਬਾਣੀ ਵਿੱਚ ਵਰਤੀਆਂ, 300 ਤੋਂ ਵੱਧ ਰਾਗ ਵਰਤੇ, ਐਸੀਆਂ ਰਚਨਾਵਾਂ ਕੀਤੀਆਂ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। 72 ਤਰ੍ਹਾਂ ਦੀ ਸ਼ਸਤਰ ਵਿਦਿਆ ਕਲਗੀਆਂ ਵਾਲੇ ਨੂੰ ਖਾਲਸਾ ਜੀ ਆਉਂਦੀ ਹੈ। ਏਡਾ ਵੱਡਾ ਗਿਆਨ ਦਾ ਸਾਗਰ
ਉਹ ਸਤਿਗੁਰੂ ਕਹਿੰਦੇ ਜਿੰਨਾ ਵੀ ਮੇਰਾ ਗਿਆਨ ਹੈ ਮੈਂ ਸਾਰਾ ਖਾਲਸੇ ਦੀ ਝੋਲੀ ਵਿੱਚ ਪਾ ਦਿੱਤਾ। ਖਾਲਸੇ ਕਾ ਹਉ ਧਰੋ ਧਿਆਨ। ਤੇ ਜਿੰਨੇ ਵੀ ਆਪਾਂ ਸਿੱਖ ਆ ਸਤਿਗੁਰੂ ਨੂੰ ਪਿਆਰ ਕਰਨ ਵਾਲੇ ਆ, ਰੋਜ਼ਾਨਾ ਸਤਿਗੁਰੂ ਦਾ ਧਿਆਨ ਧਰਦੇ ਆ ਵੀ ਸਤਿਗੁਰੂ ਕਿਰਪਾ ਕਰਕੇ ਸਾਡੇ ਤੇ ਨਿਗਾਹ ਰੱਖਿਓ। ਕਲਗੀਆਂ ਵਾਲੇ ਸਤਿਗੁਰੂ ਕਹਿੰਦੇ ਗੁਰੂ ਗੋਬਿੰਦ ਸਿੰਘ ਸਦਾ ਆਪਣੇ ਖਾਲਸੇ ਦਾ ਧਿਆਨ ਧਰਦਾ। ਆਪਾਂ ਤੇ ਜਪਜੀ ਸਾਹਿਬ ਵੀ ਕਰੀਏ ਨਾ ਤੇ ਸਤਿਗੁਰੂ ਦਾ ਧਿਆਨ ਨਹੀਂ ਅੰਦਰ ਆਉਂਦਾ। ਜਪਜੀ ਸਾਹਿਬ ਕਰਦੇ ਹੋਏ ਵੀ ਮਨ ਬਾਹਰ ਹੀ ਭੱਜੀ ਜਾਂਦਾ ਘਰ ਦੇ ਕੰਮਾਂ ਨੂੰ। ਖਾਲਸਾ ਜੀ ਬੰਦੇ ਨੇ 24 ਘੰਟੇ ਕੰਮ ਕਰਨੇ ਨੇ, 24 ਘੰਟਿਆਂ ਦੇ ਵਿੱਚੋਂ ਘੱਟੋ ਘੱਟ 2.5 ਘੰਟੇ ਖੁੱਭ ਕੇ ਭਜਨ ਕਰੇ। ਇੰਨਾ ਕਿ ਚਾਹ ਨਾਲ ਆਪਾਂ ਤੇ ਨਿਤਨੇਮ ਬੜਾ ਕਾਲੀ ਵਿੱਚ ਬੱਧਾ ਚੱਟੀ ਨਾਲ ਕਰਦੇ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛਿਆ ਨਿਤਨੇਮ ਕਿਵੇਂ ਕਰੀਏ? ਪਾਤਸ਼ਾਹ ਕਹਿੰਦੇ ਜੇ ਨਿਤਨੇਮ ਕਰਨਾ ਹੀ ਸਿੱਖਾ ਕਰਹਿ ਭਗਤ ਆਤਮ ਕਹਿ ਚਾਹੇ। ਆਪਣੀ ਆਤਮਾ ਦੇ ਚਾਹ ਦੇ ਨਾਲ ਐ ਚੌਂਕੜਾ ਲਾ ਕੇ ਬਿਲਕੁਲ ਇਕਾਗਰ ਚਿਤ ਹੋ ਕਰਕੇ ਸਾਵਧਾਨ ਹੋ ਕਰਕੇ ਫਿਰ ਚਾਹ ਨਾਲ ਕਲਗੀਆਂ ਵਾਲੇ ਨੂੰ ਆਵਾਜ਼ ਲਾਈ ਰਾਖ ਲਿਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ। ਜਿੱਦਣ ਚਾਹ ਨਾਲ ਕਲਗੀਆਂ ਵਾਲੇ ਨੂੰ ਆਵਾਜ਼ ਲਾਵੇਗਾ ਕਲਗੀਆਂ ਵਾਲੇ ਪਾਤਸ਼ਾਹ ਤੇ ਪਹਿਲਾਂ ਹੀ ਉਡੀਕ ਕਰ ਦੇਗਾ। ਖਾਲਸਾ ਜੀ ਜਦੋਂ ਸਵੇਰੇ ਨਿਤਨੇਮ ਕਰਦੇ ਨਾ ਇਹ ਨਾ ਸੋਚਿਆ ਕਰੋ ਵੀ ਆਪਾਂ ਇਕੱਲੇ ਨਿਤਨੇਮ ਕਰਨ ਲੱਗੇ ਆ। ਮੈਂ ਬੇਨਤੀ ਕਰਦਾ ਹੁੰਨਾ ਵੀ ਜਦੋਂ ਸਿੱਖ ਜਪਜੀ ਸਾਹਿਬ ਦਾ ਪਾਠ ਸ਼ੁਰੂ ਹੀ ਕਰਦਾ ਹੈ ਨਾ ਹੱਥ ਵਿੱਚ ਨਿਤਨੇਮ ਦੀ ਪੋਥੀ ਹੀ ਪਕੜਦਾ ਹੈ। ਸਤਿਗੁਰੂ ਤੇ ਨਿਤਨੇਮ ਦੀ ਪੋਥੀ ਪਕੜਨ ਤੋਂ ਪਹਿਲਾਂ ਹੀ ਹਾਜ਼ਰ ਹੋ ਜਾਂਦੇ ਨੇ। ਬਸ ਸਾਡੇ ਧਿਆਨ ਵਿੱਚ ਕਲਗੀਆਂ ਵਾਲੇ ਟਿਕਦੇ ਨਹੀਂ। ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਕਹਿੰਦੇ ਖਾਲਸੇ ਕਾਹੋਂ ਧਰੋ ਧਿਆਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਦਾ ਹੀ ਆਪਣੇ ਖਾਲਸੇ ਦਾ ਧਿਆਨ ਧਰਦੇ ਨੇ। ਹੁਕਮ ਖਾਲਸੈ ਜਾਤ ਨ ਕਹੀ। ਤੇ ਜਿਸ ਸਤਿਗੁਰੂ ਦੀ ਵਡਿਆਈ ਅਸੀਂ ਕਰ ਨਹੀਂ ਸਕਦੇ। ਕਿਆ ਹਉ ਕਥੀ ਕਥੇ ਕਥ ਦੇਖਾਂ ਮੈਂ ਅਕਥ ਨਾ ਕਥਨਾ ਜਾਈ। ਜੋ ਤੁਧ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ। ਉਹ ਕਲਗੀਧਰ ਪਾਤਸ਼ਾਹ ਕਹਿੰਦੇ ਮੇਰੇ ਤੋਂ ਮੇਰੇ ਖਾਲਸੇ ਦੀ ਉਪਮਾ ਕਹੀ ਨਹੀਂ ਜਾਂਦੀ। ਖਾਲਸੇ ਦੀ ਉਪਮਾ ਬੜੀ ਵੱਡੀ ਹੈ। ਕਿੰਨੀਆਂ ਕੇ ਆਸਾ ਕਿੰਨੀਆਂ ਕੇ ਖਾਲਸਾ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਮਨ ਵਿੱਚ ਪਿਆਰ ਖਾਲਸੇ ਪ੍ਰਤੀ ਕਿ ਕਲਗੀਧਰ ਜੀ ਕਹਿੰਦੇ ਮੇਰੇ ਤੋਂ ਖਾਲਸੇ ਦੀ ਵਡਿਆਈ ਖਾਲਸੇ ਦੀ ਉਪਮਾ ਨਹੀਂ ਹੋਣੀ। ਅਕਾਲ ਉਸਤਤ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਮਾਤਮਾ ਦੀ ਉਸਤਤ ਕੀਤੀ। ਜਲੇ ਹਰੀ ਥਲੇ ਹਰੀ ਗਿਰੇ ਹਰੀ ਉਰੇ ਹਰੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਕਾਲ ਉਸਤਤ ਕਰਦੇ ਹੋਏ ਕਿੰਨੀਆਂ ਭਾਸ਼ਾਵਾਂ ਵਰਤੀਆਂ। ਸਤਿਗੁਰੂ ਨੇ ਕਿੰਨੀਆਂ ਸ਼ਬਦਾਬੰਦੀ ਕੀਤੀਆਂ, ਕਿੰਨੀਆਂ ਚਾਲਾਂ ਵਰਤੀਆਂ, ਕਵਿਤ ਵਰਤੇ, ਮਹਾਰਾਜ ਨੇ ਛੰਦ ਵਰਤੇ, ਪਰਮਾਤਮਾ ਦੀ ਉਸਤਤ ਕੀਤੀ। ਅਸੀਂ ਖਾਲਸੇ ਬਣ ਜਾਈਏ ਇਹ ਵੀ ਅਰਦਾਸ ਕਰੀਏ। ਜਿਹਵਾ ਏਕ ਪਾਰ ਨਹਿ ਲਈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇੱਕ ਜ਼ਬਾਨ ਤੋਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਇਹ ਅਕਾਲੀ ਪੰਥ ਦੀ ਖਾਲਸੇ ਪੰਥ ਦੀ ਉਪਮਾ ਬਿਆਨ ਨਹੀਂ ਹੋ ਸਕਦੀ। ਸੇਸ ਰਸਨ ਸਾਰਦ ਸੀ ਬੁੱਧ। ਸੇਸ ਰਸਨ ਸਾਰਦ ਸੀ ਬੁੱਧ। ਖਾਲਸਾ ਜੀ ਇਤਿਹਾਸਕ ਘਟਨਾ ਹੈ। ਸ਼ੇਸ਼ਨਾਗ ਦੀਆਂ 2000 ਜਵਾਨਾਂ ਮੰਨੀਆਂ ਜਾਂਦੀਆਂ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਜੇ ਮੈਂ ਸ਼ੇਸ਼ਨਾਗ ਦੀਆਂ 2000 ਜਵਾਨਾਂ ਦੇ ਨਾਲ ਵੀ ਆਪਣੇ ਖਾਲਸੇ ਦੀ ਉਸਤਤ ਲਿਖਾਂ ਤਦ ਜਪ ਨਾ ਉਪਮਾ ਵਰਨਤ ਸੁਧ। ਤਾਂ ਵੀ ਆਪਣੇ ਖਾਲਸੇ ਦੀ ਉਪਮਾ ਖਾਲਸੇ ਦੀ ਵਡਿਆਈ ਲਿਖੀ ਨਹੀਂ ਜਾਣੀ। ਮੇਰਾ ਖਾਲਸਾ ਬੜਾ ਹੀ ਮਹਾਨ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਐਸੇ ਸਤਿਗੁਰੂ ਦੀਨ ਦਿਆਲ ਪਾਤਸ਼ਾਹ ਕਹਿੰਦੇ ਖਾਲਸੇ ਦੀ ਉਪਮਾ ਬਿਆਨ ਨਹੀਂ ਹੋ ਸਕਦੀ। ਯਾ ਮੈਂ ਰੰਚਨਾ ਬਿਤ ਮਿਥਿਆ ਪਾਖੀ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਕਹਿੰਦੇ ਜਿਹੜਾ ਵੀ ਖਾਲਸਾ ਮਹਿਮਾ ਸੁਣ ਰਿਹਾ ਜਾਂ ਪਾਠ ਕਰ ਰਿਹਾ ਜਾਂ ਸੁਣਾ ਰਿਹਾ ਉਹ ਇਹਦੇ ਵਿੱਚ ਬਿਲਕੁਲ ਵੀ ਸ਼ੰਕਾ ਨਾ ਕਰੇ ਵੀ ਇਹਦੇ ਵਿੱਚ ਇੱਕ ਵੀ ਗੱਲ ਝੂਠੀ। ਸਤਿਗੁਰੂ ਕਹਿੰਦੇ ਮੈਂ ਜੋ ਵੀ ਲਿਖਿਆ ਹੈ ਬਿਲਕੁਲ ਕੱਲਾ ਕੱਲਾ ਅੱਖਰ ਸੱਚਾ ਹੈ। ਇਹਦੇ ਵਿੱਚ ਸ਼ੰਕਾ ਨਾ ਕਰਿਓ। ਪਰ ਬ੍ਰਹਮ ਗੁਰੂ ਨਾਨਕ ਸਾਖੀ। ਕਿਉਂਕਿ ਮੈਂ ਆਪਣੇ ਖਾਲਸੇ ਦੀ ਉਸਤਤ ਖਾਲਸੇ ਦੀ ਸਿਫਤ ਸਲਾਹ ਖਾਲਸੇ ਦੀ ਉਪਮਾ ਗੁਰੂ ਨਾਨਕ ਦੀ ਜਾਮਣੀ ਨਾਲ ਪਰਮਾਤਮਾ ਦੀ ਜਾਮਣੀ ਪਾ ਕੇ ਕਰ ਰਿਹਾ। ਜਦੋਂ ਬੰਦਾ ਕੋਈ ਸੱਚੀ ਗੱਲ ਕਹਿੰਦਾ ਹੈ ਤੇ ਸੁਭਾਵਕ ਹੀ ਕਹਿ ਲੈਂਦਾ ਕਿ ਫਲਾਣੇ ਬੰਦੇ ਦੀ ਜਾਮਣੀ ਪਾ ਲਓ ਜਿਹਦੀ ਸੰਸਾਰ 'ਚ ਪੁੱਛ-ਗਿੱਛ ਹੈ। ਤੇ ਪਰਮਾਤਮਾ ਤੋਂ ਜ਼ਿਆਦਾ ਦੁਨੀਆ ਦੇ ਵਿੱਚ ਕਿਸੇ ਦੀ ਪੁੱਛ-ਗਿੱਛ ਨਹੀਂ। ਕਿਉਂਕਿ ਜਿਸ ਠਾਕੁਰ ਸਿਓ
ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ। ਕਲਗੀਧਰ ਕਹਿੰਦੇ ਮੈਂ ਉਸ ਪਰਮਾਤਮਾ ਦੀ ਗੁਰੂ ਨਾਨਕ ਦੀ ਜਾਮਨੀ ਦੇ ਨਾਲ ਆਪਣੇ ਖਾਲਸੇ ਦੀ ਉਪਮਾ ਕਰ ਰਿਹਾ, ਇਸ ਕਰਕੇ ਇਹਦੇ ਵਿੱਚ ਬਿਲਕੁਲ ਵੀ ਸ਼ੰਕਾ ਨਹੀਂ ਕਰਨਾ। ਪਰ ਖਾਲਸਾ ਹੋਵੇ, ਜਿਵੇਂ ਪਹਿਲਾਂ ਕੱਲ ਵੀ ਆਪ ਜੀ ਦੇ ਸਨਮੁਖ ਬੇਨਤੀ ਕੀਤੀ ਬਾਣੀ ਵਿੱਚੋਂ ਵੀ 10 ਗੁਣ ਧਾਰਨ ਕਰਨ ਵਾਲਾ ਤੇ 10 ਅਵਗੁਣਾਂ ਦਾ ਤਿਆਗ ਕਰਨ ਵਾਲਾ, ਉਹ ਖਾਲਸਾ ਹੋਵੇ। ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਦੁਨੀਆ ਦੇ ਤਖਤੇ ਤੇ ਐਸੇ ਖਾਲਸੇ ਤੋਂ ਵੱਡਾ ਰੁਤਬਾ ਕਿਸੇ ਨੂੰ ਹਾਸਲ ਨਹੀਂ ਹੋ ਸਕਦਾ। ਰੋਮ ਰੋਮ ਰਸਨਾ ਜੋ ਪਾਵੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਜੀ ਕਹਿੰਦੇ ਮੈਂ ਆਪਣੇ ਕੱਲੇ ਕੱਲੇ ਰੋਮ ਦੀ ਰਸਨਾ ਬਣਾ ਲਵਾਂ। ਸਰੀਰ ਦੇ ਵਿੱਚ ਕਿੰਨੇ ਕਰੋੜ ਰੋਮ ਹੁੰਦੇ ਨੇ, ਗਿਣਤੀ ਨਹੀਂ ਗਿਣੀ ਜਾ ਸਕਦੀ। ਤੇ ਕਲਗੀਧਰ ਜੀ ਕਹਿੰਦੇ ਜੇ ਮੈਂ ਆਪਣੇ ਕੱਲੇ ਕੱਲੇ ਰੋਮ ਦੀ ਰਸਨਾ ਬਣਾ ਕੇ ਖਾਲਸੇ ਦੀ ਉਪਮਾ, ਖਾਲਸੇ ਦੀ ਸਿਫਤ ਕਰਾਂ ਤਦੇ ਆਪਣਾ ਖਾਲਸ ਜਸੇ ਤਰਾ। ਤਾਂ ਵੀ ਖਾਲਸੇ ਪੰਥ ਦਾ ਜਸ ਮੇਰੇ ਤੋਂ ਨਹੀਂ ਹੋਣਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਬਦ ਵਰਤੇ ਨੇ, ਧਰਮ ਪੰਥ ਖਾਲਸਾ ਪ੍ਰਚੁਰ ਭਇਓ, ਸਤ ਸਿਵੰ ਪੁੰਨਿ ਰੂਪ ਜੈ। ਸਿੱਖੋ, ਆ ਖਾਲਸੇ ਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਕੇਵਲ ਆਪਣਾ ਹੀ ਨਹੀਂ, ਅਕਾਲ ਪੁਰਖ ਵਾਹਿਗੁਰੂ ਦਾ ਰੂਪ ਦਿੱਤਾ ਹੈ। ਤੇ ਪੰਥ ਖਾਲਸਾ ਭਇਓ ਪੁਨੀਤਾ, ਪ੍ਰਭ ਆਗਿਆ ਕਰ ਉਦਤ ਭਏ। ਇਹ ਖਾਲਸਾ ਪੰਥ ਪਰਮਾਤਮਾ ਦੀ ਆਗਿਆ ਦੇ ਨਾਲ ਆਇਆ ਹੈ, ਪਰਮਾਤਮਾ ਦੀ ਕਿਰਪਾ ਨਾਲ ਆਇਆ। ਤੇ ਇਸ ਖਾਲਸੇ ਨੂੰ ਰੂਪ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਰਮਾਤਮਾ ਦਾ ਦਿੱਤਾ। ਸੋ ਅਕਾਲੀ ਰੂਪ ਹੈ ਨੀਲ ਵਸਤਰ ਧਿਰਾਏ, ਜਪੇ ਜਾਪ ਗੁਰਬਰ ਅਕਾਲ ਸਰਬ ਲੋ ਪਹਿਨਾਏ। ਜਿਹੜਾ ਜਪਜੀ ਸਾਹਿਬ ਜਾਪ ਸਾਹਿਬ ਦਾ ਅਭਿਆਸੀ ਹੈ, ਗੁਰਬਰ ਅਕਾਲ, ਅਕਾਲ ਦਾ ਪੁਜਾਰੀ ਹੈ, ਜਿਹੜਾ ਸਰਬ ਲੋ ਪਹਿਨਦਾ ਹੈ, ਤਨ ਦੇ ਉੱਤੇ ਨਿਲੰਬਰ ਧਾਰੀ ਪੋਸ਼ਾਕ ਸਾਜਦਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਰੂਪ ਹੈ। ਹੋ ਖਾਲਸੇ ਕਹੋ ਖਾਲਸਾ ਮੇਰੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਜੀ ਕਹਿੰਦੇ ਮੈਂ ਖਾਲਸੇ ਦਾ ਹਾਂ ਤੇ ਖਾਲਸਾ ਸਦਾ ਹੀ ਮੇਰਾ ਹੈ। ਦੇਖੋ ਕਲਗੀਧਰ ਪਾਤਸ਼ਾਹ ਜੀ ਨੇ ਆਪਣਾ ਆਪ ਤੇ ਖਾਲਸੇ ਨੂੰ ਦੇ ਦਿੱਤਾ। ਇਹ ਹੁਣ ਅਸੀਂ ਆ ਵੀ ਜਿਹੜਾ ਆਪਣਾ ਮਨ ਵੀ ਨਹੀਂ ਕਲਗੀਆਂ ਵਾਲੇ ਨੂੰ ਦਿੰਦੇ। ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਕਲਗੀਆਂ ਵਾਲੇ ਪਾਤਸ਼ਾਹ ਨੇ ਤੇ ਚਮਕੌਰ ਦੀ ਗੜੀ ਵਿੱਚ ਆ ਤਨ ਦਾ ਸ਼ਾਹੀ ਚੋਲਾ ਵੀ ਦੇ ਦਿੱਤਾ। ਕਲਗੀਆਂ ਵਾਲੇ ਨੇ ਚਮਕੌਰ ਦੀ ਗੜੀ ਦੇ ਵਿੱਚ ਆਪਣੇ ਸੀਸ ਤੇ ਸਜੇ ਹੋਏ ਦਮਾਲੇ ਦੀ ਕਲਗੀ ਤੋੜਾ ਵੀ ਖਾਲਸੇ ਦੀ ਝੋਲੀ ਵਿੱਚ ਪਾ ਦਿੱਤਾ। ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਚਰਨਾਂ ਦਾ ਪਾਵਨ ਜੋੜਾ ਵੀ ਖਾਲਸੇ ਨੂੰ ਦੇ ਦਿੱਤਾ। ਚਮਕੌਰ ਦੀ ਗੜੀ ਦੇ ਵਿੱਚ ਸਾਰਾ ਕੁਝ ਖਾਲਸੇ ਨੂੰ ਸੌਂਪ ਕਰਕੇ, ਸੁਰਖਰੂ ਹੋ ਕਰਕੇ, ਨੰਗੇ ਪੈਰੀ ਪਾਟੇ ਹੋਏ ਚੋਲੇ ਨੂੰ ਪਹਿਨ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਕੰਡਿਆਂ ਦੀ ਸੇਜ ਤੇ ਜਾ ਕੇ ਲੇਟ ਗਏ ਤੇ ਖਾਲਸੇ ਕਰਕੇ। ਪਰ ਜੇ ਕੰਡਿਆਂ ਦੀ ਸੇਜ ਤੇ ਬਹਿ ਕਰਕੇ ਵੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਜੇ ਉੱਥੇ ਵੀ ਪਰਮਾਤਮਾ ਦੇ ਨਾਲ ਹਾਲ ਸੁਣਾਇਆ ਤੇ ਉੱਥੇ ਆਪਣਾ ਹਾਲ ਨਹੀਂ, ਉੱਥੇ ਵੀ ਆਪਣੇ ਮੁਰੀਦਾਂ, ਆਪਣੇ ਖਾਲਸੇ ਦਾ ਸੁਣਾਇਆ। ਬੰਦਾ ਜਦੋਂ ਦੁੱਖ ਵਿੱਚ ਹੁੰਦਾ ਪਰਮਾਤਮਾ ਨੂੰ ਆਪਣਾ ਹਾਲ ਦੱਸਦਾ ਹੈ। ਕਲਗੀਆਂ ਵਾਲੇ ਜਦੋਂ ਕੰਡਿਆਂ ਦੀ ਸੇਜ ਤੇ ਸੁੱਤੇ ਆਪਣਾ ਹਾਲ ਨਹੀਂ ਦੱਸਿਆ, ਉਦੋਂ ਇਹ ਦੱਸਿਆ ਕਿ ਪ੍ਰਮਾਤਮਾ ਚਮਕੌਰ ਦੀ ਗੜੀ ਵਿੱਚ ਮੁਕੰਦ ਸਿੰਘ ਵਰਗੇ ਸ਼ਹੀਦ ਹੋ ਗਏ। ਚਮਕੌਰ ਦੀ ਗੜੀ ਵਿੱਚ ਕਿਰਪਾ ਸਿੰਘ ਦੱਤ ਵਰਗੇ, ਸਨਮੁਖ ਸਿੰਘ ਦੱਤ ਵਰਗੇ ਸ਼ਹੀਦ ਹੋ ਗਏ। ਭਾਈ ਈਸ਼ਰ ਸਿੰਘ, ਭਾਈ ਫਤਿਹ ਸਿੰਘ, ਭਾਈ ਟਹਿਲ ਸਿੰਘ, ਭਾਈ ਰਾਮ ਸਿੰਘ, ਭਾਈ ਸੰਤ ਸਿੰਘ, ਭਾਈ ਧੰਨਾ ਸਿੰਘ ਵਰਗੇ ਸ਼ਹੀਦ ਹੋ ਗਏ। ਕਲਗੀਆਂ ਵਾਲੇ ਨੇ ਉੱਥੇ ਬਾਬੇ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦਾ ਹਾਲ ਨਹੀਂ ਦੱਸਿਆ। ਮਾਛੀਵਾੜੇ ਦੇ ਜੰਗਲਾਂ ਵਿੱਚ ਕਲਗੀਆਂ ਵਾਲੇ ਨੇ ਹਾਲ ਵੀ ਆਪਣੇ ਮੁਰੀਦਾਂ ਦਾ, ਆਪਣੇ ਖਾਲਸੇ ਦਾ ਦੱਸਿਆ। ਇਸੇ ਕਰਕੇ ਕਿਹਾ ਜਦੋਂ ਗੋਬਿੰਦ ਸੀ ਜੰਗਲ ਵਿੱਚ ਪੈਣ ਲੱਗੇ, ਸਭ ਪਸ਼ੂ ਪੰਛੀ ਸੀ ਇੱਕ ਦੂਜੇ ਨੂੰ ਕਹਿਣ ਲੱਗੇ, ਚੁੱਪ ਰਹੋ, ਵਰਤੋਂ ਕਰੋ ਇਸ਼ਾਰੇ ਦੀ, ਕਿਤੇ ਕੱਚੀ ਨਿੰਦਰੇ ਜਾਗ ਖੁੱਲ ਨਾ ਜਾਏ। ਕਲਗੀਆਂ ਵਾਲੇ ਸਤਿਗੁਰ ਪਿਆਰੇ ਦਾ। ਕਲਗੀਆਂ ਵਾਲੇ ਲੇਟ ਕੇ ਆਏ ਤੇ ਉੱਥੇ ਪਸ਼ੂ ਪੰਛੀਆਂ ਨੇ, ਦਰਖਤਾਂ ਨੇ, ਵਨਸਪਤੀ ਨੇ ਸੁਭਾਅ ਬਦਲ ਲਿਆ। ਤੇ ਮੈਂ ਹਮੇਸ਼ਾ ਬੇਨਤੀ ਕਰਦਾ ਵੀ ਕਲਗੀਆਂ ਵਾਲਾ ਜਮਨਾ ਦੇ ਕਿਨਾਰੇ ਤੇ ਬੈਠ ਜਾਵੇ। ਜਮਨਾ ਸੁਭਾਅ ਬਦਲ ਕਰਕੇ, ਚੁੱਪ ਕਰਕੇ ਲੰਘਣ ਲੱਗ ਜਾਂਦੀ ਹੈ। ਪੌਂਟਾ ਸਾਹਿਬ ਅੱਜ ਵੀ ਦਰਸ਼ਨ ਕਰਦੇ, ਜਮਨਾ ਖਾਮੋਸ਼ ਹੋ ਕੇ ਲੰਘਦੀ ਹੈ। ਬਨਸਪਤੀ ਕੁਦਰਤ ਸੁਭਾਅ ਬਦਲਦੀ ਹੈ। ਬੰਦਾ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ, ਛੇਤੀ ਕਿਤਿਆਂ ਸੁਭਾਅ ਨਹੀਂ ਬਦਲਦਾ।
ਪਰ ਸਤਿਗੁਰੂ ਕਲਗੀਧਰ ਕਹਿੰਦੇ ਮੈਂ ਆਪਣਾ ਆਪ ਖਾਲਸੇ ਨੂੰ ਸੌਂਪਿਆ, ਆਪਨ ਪਉ ਸ਼੍ਰੀ ਖਾਲਸੇ ਸੌਂਪਾ। ਦੁੱਤੇ ਰੂਪ ਸਤਿਗੁਰੂ ਗ੍ਰੰਥਾ, ਕਲਗੀਧਰ ਨੇ ਆਪਣਾ ਆਪ ਖਾਲਸੇ ਨੂੰ ਸੌਂਪਿਆ ਤੇ ਦੂਸਰਾ ਰੂਪ ਕਲਗੀਧਰ ਦਾ ਗੁਰੂ ਗ੍ਰੰਥ ਸਾਹਿਬ ਹੈ। ਪਹਿਲਾ ਖਾਲਸੇ ਨੂੰ ਦੇ ਦਿੱਤਾ। ਸੋ ਸਤਿਗੁਰੂ ਕਹਿੰਦੇ ਮੈਂ ਸਦਾ ਹੀ ਖਾਲਸੇ ਦਾ ਹਾਂ। ਕੋਟ ਕੋਟ ਸਾਗਰ ਬੁੰਦੇਰੋ। ਹੁਣ ਉਦਾਹਰਣ ਦਿੱਤਾ, ਕਹਿੰਦੇ ਜਿਸ ਤਰ੍ਹਾਂ ਸਾਗਰ ਦੇ ਵਿੱਚੋਂ ਕੋਈ ਬੂੰਦ ਨਿਕਲੇ, ਜਿਵੇਂ ਸਾਗਰ ਚੋਂ ਨਿਕਲੀ ਹੋਈ ਬੂੰਦ ਸਾਗਰ ਤੋਂ ਵੱਖਰੀ ਨਹੀਂ, ਉਸ ਬੂੰਦ ਵਿੱਚ ਸਾਗਰ ਹੈ ਤੇ ਸਾਗਰ ਵਿੱਚ ਬੂੰਦ ਪਾ ਦੋ ਤੇ ਬੂੰਦ ਸਾਗਰ ਵਿੱਚ ਘੁਲ ਮਿਲ ਜਾਂਦੀ ਹੈ। ਜਿਵੇਂ ਸਾਗਰ ਵਿੱਚ ਬੂੰਦ ਤੇ ਬੂੰਦ ਵਿੱਚ ਸਾਗਰ ਹੈ, ਇਸੇ ਤਰ੍ਹਾਂ ਕਲਗੀਆਂ ਵਾਲਾ ਖਾਲਸੇ ਵਿੱਚ ਤੇ ਕਲਗੀਆਂ ਵਾਲੇ ਵਿੱਚ ਖਾਲਸਾ ਵਸਦਾ। ਇਸ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਹਿਮਤਾਂ ਕੀਤੀਆਂ। ਖਾਲਸਾ ਅਕਾਲ ਪੁਰਖ ਕੀ ਫੌਜ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਮੈਂ ਬੇਨਤੀ ਕਰਾਂ, ਦਾਅਵਾ ਤੇ ਕਰਦੇ ਆ ਸਤਿਗੁਰੂ ਦੇ ਹੋਣ ਦਾ, ਪਰ ਅਰਦਾਸ ਹੀ ਕਰੀਏ ਵੀ ਸਤਿਗੁਰੂ ਆਪਣਾ ਬਣਾ ਲੇ। ਬੰਦਾ ਤੇ ਖਾਲਸਾ ਜੀ ਕੋਈ ਕਿਤਾਬ ਲਿਖੇ ਨਾ, ਕਿਤਾਬ ਤੇ ਪਹਿਲਾਂ ਆਪਣਾ ਨਾਮ ਲਿਖਦਾ ਵੀ ਆ ਕਿਤਾਬ ਮੈਂ ਲਿਖੀ ਹੈ, ਇਹਦੇ ਤੇ ਕਾਪੀਰਾਈਟ ਹੈ ਮੇਰਾ। ਬੰਦਾ ਘਰ ਬਣਾਵੇ, ਘਰ ਤੇ ਵੀ ਆਪਣਾ ਨਾਮ ਲਿਖਦਾ, ਘਰ ਮੇਰਾ ਬਣਾਇਆ। ਗੱਡੀ ਲੈ ਲਵੇ, ਲੋਕ ਗੱਡੀਆਂ ਤੇ ਨਾਂ ਲਿਖਾਉਂਦੇ ਨੇ, ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿੰਨੇ ਵੀ ਹਸਤ ਲਿਖਤ ਸਰੂਪ ਮਿਲਦੇ, ਸਤਿਗੁਰੂ ਨੇ ਬਾਣੀ ਤੇ ਵੀ ਆਪਣਾ ਦਾਅਵਾ ਕਰਕੇ ਬਾਣੀ ਤੇ ਆਪਣਾ ਨਾਮ ਨਹੀਂ ਲਿਖਿਆ। ਹਾਂ, ਜਿੱਥੇ ਸਤਿਗੁਰਾਂ ਦੀ ਬਾਣੀ ਹੈ ਮਹੱਲਾ ਪਹਿਲਾ ਮਹੱਲਾ ਦੂਜਾ, ਪਰ ਜਿੱਥੇ ਭਗਤਾਂ ਦੀ ਬਾਣੀ ਹੈ, ਬਾਣੀ ਭਗਤ ਕਬੀਰ ਜੀ ਕੀ, ਬਾਣੀ ਭਗਤ ਫਰੀਦ ਜੀ ਕੀ, ਉੱਥੇ ਵੀ ਮਾਣ ਭਗਤਾਂ ਨੂੰ। ਤੇ ਦੂਸਰਾ, ਹਰਮੰਦਰ ਸਾਹਿਬ ਜਾਈਏ, ਹਰਮੰਦਰ ਸਾਹਿਬ ਦੇ ਕਿਸੇ ਕੋਨੇ ਦੇ ਉੱਤੇ ਨਹੀਂ ਮਿਲੇਗਾ ਵੀ ਮੁੱਖ ਪ੍ਰਬੰਧਕ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ। ਕਿਉਂਕਿ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ, ਮਹਾਰਾਜ ਤੁਸੀਂ ਹਰਮੰਦਰ ਸਾਹਿਬ ਬਣਾਇਆ, ਇਹ ਤੁਹਾਡਾ ਹੈ? ਤੇ ਗੁਰੂ ਅਰਜਨ ਦੇਵ ਕਹਿਣ ਲੱਗੇ, ਸਿੱਖੋ ਮੇਰਾ ਨਹੀਂ, ਹਰ ਮੰਦਰ ਹਰ ਸਾਜਿਆ, ਹਰ ਵਸੈ ਜਿਸ ਨਾਲ। ਇਹ ਗੁਰੂ ਅਰਜਨ ਦੇਵ ਦਾ ਨਹੀਂ, ਇਹ ਹਰੀ ਦਾ ਮੰਦਰ ਹੈ, ਇੱਥੇ ਹਰੀ ਦਾ ਵਾਸਾ ਹੈ। ਭਾਵ ਬੰਦਾ ਘਰ ਬਣਾਵੇ, ਗੱਡੀ ਲੈਵੇ, ਆਪਣਾ ਨਾਮ ਲਿਖਦਾ ਹੈ। ਸਤਿਗੁਰੂ ਨੇ ਬਾਣੀ ਲਿਆਂਦੀ, ਇਹ ਨਹੀਂ ਕਿਹਾ ਗੁਰੂ ਨਾਨਕ ਦੀ ਬਾਣੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਮੈਂ ਲਾਲੋ। ਜੇ ਹਰਮੰਦਰ ਸਾਹਿਬ ਹੈ, ਉੱਥੇ ਨਹੀਂ ਕਿਹਾ ਵੀ ਗੁਰੂ ਅਰਜਨ ਦੇਵ ਦਾ, ਉਹ ਵੀ ਹਰੀ ਦਾ ਮੰਦਰ ਹੈ। ਜੇ ਤਖਤ ਬਣਾਇਆ, ਇਹ ਨਹੀਂ ਕਿਹਾ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਹੈ, ਉਹ ਤਖਤ ਵੀ ਅਕਾਲ ਦਾ ਤਖਤ ਹੈ। ਤੇ ਜੇ ਅੱਜ ਕਲਗੀਆਂ ਵਾਲੇ ਨੇ ਪੰਥ ਸਾਜਿਆ, ਫੌਜ ਬਣਾਈ, ਇਹ ਨਹੀਂ ਕਿਹਾ ਫੌਜ ਕਲਗੀਆਂ ਵਾਲੇ ਦੀ ਹੈ, ਇਹ ਫੌਜ ਵੀ ਅਕਾਲ ਪੁਰਖ ਪਰਮਾਤਮਾ ਦੀ ਹੈ। ਬੋਲੇ ਸੋ ਨਿਹਾਲ। ਖਾਲਸਾ ਅਕਾਲ ਪੁਰਖ ਕੀ ਫੌਜ, ਇਹ ਦੁਨੀਆ ਦੇ ਬੰਦੇ ਦੀ ਫੌਜ ਨਹੀਂ। ਇਹੀ ਕਾਰਨ ਹੈ ਸਮੇਂ ਸਮੇਂ ਸਿਰ ਰਾਜਿਆਂ, ਮਹਾਰਾਜਿਆਂ, ਬਾਦਸ਼ਾਹ, ਪ੍ਰਧਾਨ ਮੰਤਰੀਆਂ ਦੀਆਂ ਫੌਜਾਂ ਇਸ ਖਾਲਸਾ ਫੌਜ ਨੂੰ ਮਕਾਉਣ ਵਾਸਤੇ ਕਦੇ ਤੀਰ, ਕਦੇ ਬੰਦੂਕ, ਕਦੇ ਤੋਪਾਂ ਲਿਆਉਂਦੀਆਂ, ਪਰ ਉਹ ਫੌਜਾਂ ਮੁੱਕ ਜਾਂਦੀਆਂ। ਖਾਲਸਾ ਫੌਜ ਕਦੇ ਮੁੱਕਦੀ ਨਹੀਂ, ਕਿਉਂਕਿ ਖਾਲਸਾ ਫੌਜ ਪਰਮਾਤਮਾ ਦੀ ਹੈ। ਸੋ ਸਤਿਗੁਰੂ ਕਹਿੰਦੇ, ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਫੌਜ ਹੈ। ਪ੍ਰਗਟਿਓ ਖਾਲਸਾ ਪਰਮਾਤਮ ਕੋ ਮੋਜ। ਤੇ ਇਹ ਅਕਾਲ ਪੁਰਖ ਵਾਹਿਗੁਰੂ ਦੀ ਮੌਜ ਦੇ ਨਾਲ ਪ੍ਰਗਟ ਹੋਇਆ। ਕਲਗੀਧਰ ਕਹਿੰਦੇ, ਮੈਂ ਨਹੀਂ ਸੋਚ ਕੇ ਬਣਾਇਆ, ਇਹ ਪਰਮਾਤਮਾ ਦੀ ਮੌਜ ਹੈ। ਯਾਹੀ ਕਾਜ ਧਰਾ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨਮੰ। ਇਸ ਕਾਰਜ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਨੇ ਪੰਥ ਪ੍ਰਗਟ ਕਰਨਾ ਸੀ, ਪਰ ਇਹ ਪੰਥ ਪਰਮਾਤਮਾ ਦੀ ਮੌਜ ਨਾਲ ਪ੍ਰਗਟ ਹੋਇਆ। ਤਾਂ ਹੀ ਕਿਹਾ, ਠਾੜ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚਲੇ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ। ਖਾਲਸਾ ਜੀ, ਕਲਗੀਧਰ ਜੀ ਦਾ ਇੱਕ ਬਚਨ ਸੁਣਾ ਕੇ ਮੈਂ ਫਤਿਹ ਦੀ ਸਾਂਝ ਪਾਵਾਂ। ਕੱਲ ਹੈਵਲੋ ਗੁਰਦੁਆਰੇ ਖਾਲਸਾ ਮੂਲ ਮੰਤਰ ਦੀ ਕਥਾ ਦੌਰਾਨ ਵੀ ਬੇਨਤੀ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਵਿੱਚ ਕਿਹਾ, ਹੇਮਕੁੰਟ ਸਾਹਿਬ ਦੀ ਧਰਤੀ ਤੇ ਯਾਹੀ ਆਸ ਪੂਰਨ ਕਰੋ ਤੁਮ ਹਮਾਰੀ, ਮਿਟੈ ਕਸ਼ਟ ਗਊਵਨ ਛੁਟੈ ਖੇਦ ਭਾਰੀ। ਪਰਮਾਤਮਾ ਇੱਕ ਆਸ ਪੂਰੀ ਕਰ, ਗਊ ਗਰੀਬ ਤੇ ਹੋ ਰਿਹਾ ਅਤਿਆਚਾਰ ਖਤਮ ਹੋ ਜਾਵੇਗਾ, ਜ਼ੁਲਮ ਹੋ ਰਹੇ ਖਤਮ ਹੋ ਜਾਣਗੇ। ਪੁੱਛਿਆ ਕਿਵੇਂ? ਸਬਨ ਕਉ ਸ਼ਬਦ ਵਾਹੇ ਵਾਹੇ ਦ੍ਰਿੜਾਉ, ਫਤਿਹ ਸਤਿਗੁਰੂ ਕੀ ਜਗਤ ਸਿਉ ਬੁਲਾਉ। ਦੁਨੀਆ ਦੇ ਤਖਤੇ ਤੇ ਵਾਹਿਗੁਰੂ ਗੁਰਮੰਤਰ ਦ੍ਰਿੜ ਕਰਵਾ ਦਿਆਂਗਾ।
ਗੁਰਮੰਤਰ ਦੀਆਂ ਗੁੰਜ਼ਾਰਾਂ ਪੈਣਗੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਨਾਰੇ ਬੁਲੰਦ ਹੋਣਗੇ। ਪਰਮਾਤਮਾ ਨੇ ਪੁੱਛਿਆ ਕਿਵੇਂ? ਕਲਗੀਆਂ ਵਾਲੇ ਕਹਿੰਦੇ ਕਰਹੂੰ ਖਾਲਸਾ ਪੰਥ ਤੀਸਰ ਪਰਵੇਸਾ, ਜਗੇ ਸਿੰਘ ਜੋਧੇ ਧਰੇ ਨੀਲ ਭੇਸਾ। ਮੈਂ ਐਸਾ ਤੀਸਰਾ ਪੰਥ ਪ੍ਰਗਟ ਕਰ ਦਿਆਂਗਾ ਜਿਹੜਾ ਨੀਲੇ ਬਾਣੇ ਪਾ ਕੇ ਸਦਾ ਅਕਾਲ ਅਕਾਲ ਦੇ ਜਕਾਰੇ ਲਾਉਂਦਾ ਰਹੇਗਾ। ਜਦੋਂ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਤੋਂ ਜੁਦਾ ਕੀਤਾ ਤੇ ਹੱਸ ਕੇ ਗੁਰੂ ਤੇਗ ਬਹਾਦਰ ਜੀ ਵੱਲ ਵੇਖ ਕੇ ਮਹਾਰਾਜ ਨੂੰ ਆਪਣੀ ਸ਼ਮਸ਼ੀਰ ਵਿਖਾਉਂਦਾ ਤੇ ਕਹਿੰਦਾ ਗੁਰੂ ਤੇਗ ਬਹਾਦਰ ਜੀ ਨੂੰ, ਮੇਰੀ ਸ਼ਮਸ਼ੀਰ ਮਿਆਨ ਵਿੱਚੋਂ ਉਛਲ ਚੁੱਕੀ ਹੈ, ਮੈਂ ਦੋ ਚੋਂ ਇੱਕ ਕਰ ਦਿਆਂਗਾ। ਹਿੰਦੂ ਤੇ ਇਸਲਾਮ ਵਿੱਚੋਂ ਕੇਵਲ ਇਸਲਾਮ ਨੂੰ ਰੱਖਾਂਗਾ। ਧੰਨ ਗੁਰੂ ਤੇਗ ਬਹਾਦਰ ਜੀ ਆਪਣੇ ਜੀਵਨ ਵਿੱਚ ਕਦੇ ਹੱਸੇ ਨਹੀਂ, ਹਮੇਸ਼ਾ ਗੰਭੀਰ ਰਹੇ। ਪਰ ਕਹਿੰਦੇ ਜਦੋਂ ਔਰੰਗੇ ਨੇ ਇਹ ਕਿਹਾ ਨਾ ਮੇਰੀ ਸ਼ਮਸ਼ੀਰ ਮਿਆਨ ਚੋਂ ਉਛਲ ਚੁੱਕੀ ਹੈ, ਦੋ ਚੋਂ ਇੱਕ ਕਰ ਦਿਆਂਗਾ, ਗੁਰੂ ਤੇਗ ਬਹਾਦਰ ਖੇੜ ਖੜਾ ਕੇ ਹੱਸੇ। ਕਹਿਣ ਲੱਗੇ ਔਰੰਗਿਆ ਤੂੰ ਕਹਿੰਦਾ ਮੈਂ ਦੋ ਚੋਂ ਇੱਕ ਸ਼ਮਸ਼ੀਰ ਨਾਲ ਕਰ ਦਿਆਂਗਾ, ਚੇਤੇ ਰੱਖੀ ਉਹ ਮਰਦ ਅਗੰਮੜਾ ਦੁਨੀਆ ਦੇ ਤਖਤੇ ਤੇ ਆ ਗਿਆ ਜਿਹੜਾ ਇਸੇ ਸ਼ਮਸ਼ੀਰ ਦੇ ਜ਼ੋਰ ਦੇ ਨਾਲ ਦੋ ਦੇ ਵਿੱਚੋਂ ਤੀਸਰਾ ਪੰਥ ਪ੍ਰਗਟ ਕਰ ਦੇਵੇ। ਬੋਲੇ ਸੋ ਨਿਹਾਲ। ਐਸੇ ਦਿਓ ਯਾਰ ਸਤਿਗੁਰੂ ਦੇ ਸਾਜੇ ਨਵਾਜੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਮੁੱਖ ਰੱਖਦੇ ਆਪ ਸਭ ਬੀਤੇ ਦਿਨਾਂ ਤੋਂ ਹਾਜ਼ਰੀ ਭਰ ਰਹੇ ਸੋ। ਗੁਰਦੁਆਰਾ ਹੈਵਲੋਕ ਸਾਹਿਬ ਵਿਖੇ ਖਾਲਸਾ ਮੂਲ ਮੰਤਰ ਦੀ ਕਥਾ ਕੱਲ ਸੰਪੂਰਨ ਹੋਈ। ਅੱਜ ਖਾਲਸਾ ਮਹਿਮਾ ਦੀ ਕਥਾ ਸੰਪੂਰਨ ਹੁੰਦੀ ਹੈ। ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਬਖਸ਼ਣਾ। ਕੱਲ ਇਸੇ ਸਥਾਨ ਤੇ ਦੁਪਹਿਰ 1:30 ਵਜੇ ਭਾਈ ਨੰਦ ਲਾਲ ਜੀ ਦਾ ਜੋ ਰਹਿਤਨਾਮਾ ਹੈ ਉਸ ਰਹਿਤਨਾਮੇ ਦੀ ਕਥਾ ਕੀਤੀ ਜਾਵੇਗੀ ਤਾਂ ਕਿ ਸਮਝ ਪਵੇ ਵੀ ਸਿੱਖ ਕਿਵੇਂ ਬਣਾਂਗੇ। ਉੱਥੇ ਵੀ ਹਾਜ਼ਰੀਆਂ ਭਰਨੀਆਂ। ਆਪ ਸਭ ਸੰਗਤ ਦਾ, ਪ੍ਰਬੰਧਕ ਸੱਜਣਾ ਦਾ, ਭਾਈ ਹਰਮੀਤ ਸਿੰਘ ਹੋਣੀ, ਭਾਈ ਦਵਿੰਦਰ ਸਿੰਘ, ਭਾਈ ਕੁਲਵੰਤ ਸਿੰਘ, ਜਿਹੜੇ ਕਿ ਇਸ ਤਰ੍ਹਾਂ ਉਪਰਾਲੇ ਕਰਕੇ ਸਤਿਗੁਰੂ ਦੀ ਜਿਹੜੀ ਬਾਣੀਆਂ ਨੂੰ ਛੂਹਿਆ ਨਹੀਂ ਗਿਆ, ਜਿਵੇਂ ਖਾਲਸਾ ਮੂਲ ਮੰਤਰ, ਖਾਲਸਾ ਮਹਿਮਾ, ਰਹਿਤਨਾਮਿਆਂ ਦੀ ਵਿਚਾਰ ਸੰਗਤ ਵਿੱਚ ਔਰ ਪ੍ਰਾਚੀਨ ਪੰਥ ਪ੍ਰਕਾਸ਼, ਇਹ ਜਿੰਨੀਆਂ ਵੀ ਕਥਾ ਚੱਲ ਰਹੀ ਹੈ ਅੱਜ ਤੱਕ ਇੰਗਲੈਂਡ ਦੀ ਧਰਤੀ ਤੇ ਨਹੀਂ ਹੋਈ। ਪੰਥ ਪ੍ਰਕਾਸ਼ ਦੀ ਕਥਾ ਉਹ ਵੀ ਇਸ ਸਥਾਨ ਤੋਂ ਹੋ ਰਹੀ ਹੈ। 23 ਤਰੀਕ ਨੂੰ ਇਸ ਕਥਾ ਦੀ ਸਮਾਪਤੀ ਹੋਵੇਗੀ। 23 ਤਰੀਕ ਨੂੰ ਵੀ ਆਪ ਸਭ ਸੰਗਤ ਨੇ ਜਰੂਰ ਹਾਜ਼ਰੀ ਭਰਨੀ ਹੈ ਤੇ ਕੱਲ ਭਾਈ ਨੰਦ ਲਾਲ ਜੀ ਦਾ ਰਹਿਤਨਾਮਾ ਉੱਥੇ ਵੀ ਹਾਜ਼ਰੀ ਭਰਨੀ। ਤੇ ਆਪ ਸਭ ਸੰਗਤ ਦੇ ਚਰਨਾਂ ਦੇ ਵਿੱਚ ਇੱਕ ਸਨੀਮਰ ਬੇਨਤੀ ਦਾਸ ਵੱਲੋਂ ਆਪ ਜੀ ਦੇ ਚਰਨਾਂ ਦੇ ਵਿੱਚ ਹੈ ਕਿ ਖਾਲਸਾ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਹੈ। ਖਾਲਸਾ ਪਾਤਸ਼ਾਹੀ ਦਾ ਦਾਵਾ ਰੱਖਦਾ ਹੈ ਕਿ ਖਾਲਸੇ ਦਾ ਰਾਜ ਬੁਲੰਦ ਹੋਵੇ। ਤੇ ਮੈਂ ਬੇਨਤੀ ਕਰਾਂ ਜਦੋਂ ਖਾਲਸੇ ਤਿਆਰ ਕਰਨ ਲੱਗ ਪਏ ਖਾਲਸੇ ਦਾ ਰਾਜ ਵੀ ਆ ਜਾਵੇਗਾ। ਖਾਲਸਾ ਹੋਵੇਗਾ ਤੇ ਖਾਲਸੇ ਦਾ ਰਾਜ ਆਵੇਗਾ। ਸੋ ਇਸ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੇ ਨਾਲ ਦਾਸ ਵੱਲੋਂ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਹੈ ਤੋ ਪ੍ਰਸਾਦ ਵਿਦਿਆ ਕੇਂਦਰ ਦੇ ਨਾਮ ਤੋਂ, ਜਿਹਦੇ ਵਿੱਚ ਕੇਵਲ ਗੁਰਸਿੱਖ ਬੱਚਿਆਂ ਨੂੰ ਗੁਰਮਤ ਦੀ ਪੜ੍ਹਾਈ ਉਹ ਦਵਾਈ ਜਾਵੇਗੀ। ਜਿਸ ਤਰ੍ਹਾਂ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਜਾਂ ਜਿਤਨੀਆਂ ਵੀ ਸੰਪਰਦਾਵਾਂ ਦੇ ਵਿਦਵਾਨ ਨੇ ਉਹਨਾਂ ਨੂੰ ਬੁਲਾ ਕਰਕੇ, ਕਿਉਂਕਿ ਇਹਦੇ ਵਿੱਚ ਸਭ ਤੋਂ ਪਹਿਲਾਂ ਇਹ ਟੀਚਾ ਰੱਖਿਆ ਜਾਵੇਗਾ ਵੀ ਕੋਈ ਵੀ ਪ੍ਰਚਾਰਕ ਕਿਸੇ ਦਾ ਪੱਖਪਾਤ ਵਾਲਾ ਨਾ ਹੋਵੇ, ਸੰਗਤ ਨੂੰ ਤੋੜਨ ਵਾਲਾ ਨਾ ਹੋਵੇ, ਸੰਗਤ ਨੂੰ ਜੋੜਨ ਵਾਲਾ ਹੋਵੇ ਤੇ ਹਰ ਇੱਕ ਵਿਦਿਆਰਥੀ ਨੂੰ ਹਰ ਇੱਕ ਸੰਪਰਦਾਇ ਬਾਰੇ ਉਦਾਸੀਨ, ਨਿਰਮਲੇ, ਦਮਦਮੀ ਟਕਸਾਲ, ਕਾਰ ਸੇਵਾ, ਸੇਵਾਪੰਥੀ, ਨਿਹੰਗ ਸਿੰਘ, ਜੋ ਵੀ ਖਾਲਸਾ ਪੰਥ ਦੇ ਅੰਗ ਨੇ ਉਹਨਾਂ ਬਾਰੇ ਇਸ ਵਿਦਿਆਲੇ ਵਿੱਚ ਹਰ ਇੱਕ ਵਿਦਿਆਰਥੀ ਨੂੰ ਦੱਸਿਆ ਜਾਵੇਗਾ। ਉਹਦੀਆਂ ਸੇਵਾਵਾਂ ਕੁਰੂਕਸ਼ੇਤਰ ਦੀ ਧਰਤੀ ਤੇ ਵਿਦਿਆਲੇ ਦੀ ਸੇਵਾ ਚੱਲ ਰਹੀ ਹੈ ਆਪ ਸਭ ਸੰਗਤ ਦੇ ਸਹਿਯੋਗ ਨਾਲ। ਤੇ ਜੇ ਕੋਈ ਵੀ ਸੇਵਾ ਕਰਨ ਦੇ ਚਾਹਵਾਨ ਹੋਣ ਤੇ ਆਪ ਸਭ ਸੰਗਤਾਂ ਦੇ ਵਿੱਚੋਂ ਪਹਿਲਾਂ ਵੀ ਸੰਗਤਾਂ ਨੇ ਸੰਪਰਕ ਕਰਕੇ ਸੇਵਾ ਦਿੱਤੀ ਹੈ, ਅਗਾਂਹ ਵੀ ਜੋ ਸੇਵਾ ਕਰਨ ਦੇ ਚਾਹਵਾਨ ਹੋਣ ਜ਼ਰੂਰ ਇਸ ਸੇਵਾ ਵਿੱਚ ਯੋਗਦਾਨ ਪਾਉਣਾ ਤਾਂ ਜੋ ਗੁਰੂ ਘਰ ਸਤਿਗੁਰੂ ਦੀ ਕਿਰਪਾ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਨੇ। ਹੁਣ ਆਪਾਂ ਸਾਰੇ ਰਲੀਏ ਤੇ ਖਾਲਸਾ ਜੀ ਗੁਰੂ ਘਰਾਂ ਦੇ ਵਿੱਚ ਨਮਸਕਾਰਾਂ ਕਰਨ ਵਾਲੇ ਖਾਲਸੇ ਤਿਆਰ ਕਰਕੇ ਮੀਰੀ ਪੀਰੀ ਦੇ ਸਿਧਾਂਤ ਨੂੰ ਦੁਬਾਰਾ ਘਰ ਘਰ ਵਿੱਚ ਪਹੁੰਚਾਈਏ। ਸੋ ਬੋਲਦੇ ਅਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਲੈਣਾ। ਆਓ ਇੱਥੇ ਹੀ ਫਤਿਹ ਦੀ ਸਾਂਝ ਪਾਈਏ ਜੀ। ਸਾਰੇ ਦੋਵੇਂ ਹੱਥ ਜੋੜ ਕਰਕੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਖਾਲਸੇ ਦੇ ਸਾਜਨਾ ਦਿਵਸ ਨੂੰ ਚੱਲ ਰਹੇ ਵੀਕ ਦੇ ਦੀਵਾਨਾਂ ਵਿੱਚ ਖਾਲਸਾ ਮਹਿਮਾ ਪ੍ਰਕਾਸ਼ ਕਥਾ ਵਿਚਾਰ ਆਪਣੀ ਨੂੰ ਸਰਵ ਪਰਿਵਾਰ ਸਾਹਿਬ ਪੰਥ ਦੇ ਪ੍ਰਸਿੱਧ ਕਥਾਵਾਚਕ ਸਤਿਕਾਰਯੋਗ ਗਿਆਨੀ ਸੁਖਜੀਤ ਸਿੰਘ ਜੀ ਕਨਈਆ, ਮੁੱਖ ਪ੍ਰਚਾਰਕ ਬਾਬਾ ਬੁੱਢਾ ਦਲ ਸ਼ਾਮਿਲ ਕਰੋੜੀ, ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਖਾਲਸਾ ਮਹਿਮਾ ਪ੍ਰਕਾਸ਼ ਕਥਾ ਵਿਚਾਰ ਬਹੁਤ ਚੜ੍ਹਦੀ ਕਲਾ ਵਿੱਚ ਸਰਵ ਕਰਾਏ ਸਨ। ਸਤਿਕਾਰਯੋਗ ਗਿਆਨੀ ਸੁਖਜੀਤ ਸਿੰਘ ਜੀ ਕਨਈਆ ਦਾ ਪ੍ਰਬੰਧ ਅਤੇ ਸੰਗਤ ਨੂੰ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ। ਆਓ ਗੁਰੂ ਸਾਹਿਬ ਸੰਗਤ ਜੀ ਹੁਣ ਆਪ ਜੀ ਨੂੰ 45 ਮਿੰਟ ਲਈ ਗੁਰਬਾਣੀ ਕੀਰਤਨ ਨਿਹਾਲ ਕਰ ਰਹੇ ਹਨ। ਪੰਥ ਦਾ ਪ੍ਰਸਿੱਧ ਰਾਗੀ ਦਾ ਸਤਿਕਾਰ ਜੋ ਭਾਈ ਮਨਿੰਦਰਜੀਤ ਸਿੰਘ ਜੀ ਦਿੱਲੀਵਾਲ ਆਪ ਸੰਗਤਾਂ ਨੂੰ ਖਾਲਸੇ ਦੇ ਸਾਜਨਾਂ ਨੂੰ ਸਮਰਪਿਤ ਹੁੰਦਿਆਂ ਬਾਅਦ ਤੋਂ ਬਾਅਦ ਗੁਰਬਾਣੀ ਕੀਰਤਨ ਗੁਰੂ ਦਾ ਸਰਵਣ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।